ਵੈਲਕਮ ਸਤਿ ਸ਼੍ਰੀ ਅਕਾਲ ਜੀ। ਮੈਂ ਹਾਂ ਹਰਜੋਤ ਕੌਰ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਜੀ ਤੁਹਾਡੇ ਆਪਣੇ ਮਨਪਸੰਦ ਇਮੀਗ੍ਰੇਸ਼ਨ ਸ਼ੋਅ ਉਡਾਰੀ ਵਿਦੇਸ਼ਾਂ ਨੂੰ, ਜਿੱਥੇ ਅਸੀਂ ਹਰ ਵਾਰੀ ਇਸ ਸ਼ੋਅ ਦੇ ਵਿੱਚ ਜੋ ਹੈ ਉਹਨਾਂ ਪ੍ਰੋਫਾਈਲਸ ਦਾ ਜ਼ਿਕਰ ਕਰਦੇ ਹਾਂ ਜੋ ਐਲੀਜੀਬਲ ਨੇ ਕੈਨੇਡਾ, ਆਸਟ੍ਰੇਲੀਆ, ਯੂਕੇ ਜਾਂ ਹੋਰ ਕੰਟਰੀਜ਼ ਦੇ ਲਈ। ਪਰ ਅਕਸਰ ਸਵਾਲ ਸਾਡੇ ਕੋਲ ਉਹਨਾਂ ਸਟੂਡੈਂਟਸ ਦੇ ਵੀ ਆਉਂਦੇ ਨੇ ਵੀ ਜਿਨ੍ਹਾਂ ਦਾ ਗੈਪ ਬਹੁਤ ਜ਼ਿਆਦਾ ਹੋ ਚੁੱਕਿਆ ਹੈ ਜਾਂ ਉਹਨਾਂ ਦੀ ਪਰਸੈਂਟੇਜ ਬਹੁਤ ਘੱਟ ਹੈ ਜਾਂ ਫਿਰ ਉਹ ਆਇਲਸ ਕਲੀਅਰ ਨਹੀਂ ਕਰ ਸਕ ਰਹੇ ਨੇ ਜਾਂ ਫਿਰ ਉਹ ਵਿਦਆਊਟ ਆਇਲਸ ਜੋ ਹੈ ਕਿਤੇ ਕੋਈ ਆਪਸ਼ਨ ਸਰਚ ਕਰ ਰਹੇ ਨੇ। ਸੋ ਆਪਾਂ ਅੱਜ ਖਾਸ ਤੌਰ ਤੇ ਅਜਿਹੀ ਪ੍ਰੋਫਾਈਲ ਬਾਰੇ ਡਿਸਕਸ ਕਰ ਰਹੇ ਹਾਂ ਤੇ ਉਹਨਾਂ ਦੇ ਲਈ ਕਿਹੜੀਆਂ ਬੈਸਟ ਆਪਸ਼ਨਸ ਉਹਨਾਂ ਲਈ ਵੀ ਅਵੇਲੇਬਲ ਨੇ ਉਸ ਦੇ ਬਾਰੇ ਆਪਾਂ ਗੱਲ ਕਰਾਂਗੇ। ਤੇ ਅੱਜ ਦੀ ਚਰਚਾ ਲਈ ਡਿਸਕਸ਼ਨ ਦੇ ਲਈ ਸਾਡੇ ਨਾਲ ਇਸ ਸਾਡੇ ਸ਼ੋਅ ਵਿੱਚ ਮੌਜੂਦ ਨੇ ਜੀ ਈਜ਼ੀ ਵੇ ਕੰਸਲਟੈਂਸੀ ਪ੍ਰਾਈਵੇਟ ਲਿਮਟਿਡ ਤੋਂ ਵੀਜ਼ਾ ਐਕਸਪਰਟ ਮਿਸਟਰ ਗੁਰਤੇਜ ਸੰਧੂ ਜੀ। ਬਹੁਤ ਬਹੁਤ ਸਵਾਗਤ ਹੈ ਸਰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਜੀ। ਔਰ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕਿ ਈਜ਼ੀ ਵੇ ਕੰਸਲਟੈਂਸੀ ਕੰਪਨੀ ਵੱਲੋਂ ਲਗਾਤਾਰ ਸਟੂਡੈਂਟਸ ਨੂੰ ਬੜੀ ਜੈਨੂਇਨ ਸਲਾਹ ਦਿੱਤੀ ਜਾਂਦੀ ਹੈ ਤਾਂ ਕਿ ਸਟੂਡੈਂਟਸ ਜੈਨੂਇਨ ਵੇ ਦੇ ਨਾਲ ਚੱਲਦੇ ਹੋਏ ਹੀ ਆਪਣਾ ਵਿਦੇਸ਼ ਜਾਣ ਦਾ ਸੁਪਨਾ ਸਾਕਾਰ ਕਰ ਸਕਣ। ਸੋ ਸਰ ਅੱਜ ਆਪਾਂ ਜਿਵੇਂ ਕਿ ਗੱਲ ਕਰਨ ਜਾ ਰਹੇ ਹਾਂ ਵੀਕ ਪ੍ਰੋਫਾਈਲਸ ਅਸੀਂ ਇਹਨਾਂ ਨੂੰ ਕਹਿ ਸਕਦੇ ਹਾਂ, ਗੈਪ ਬਹੁਤ ਜ਼ਿਆਦਾ ਹੈ, ਪਰਸੈਂਟੇਜ ਬਹੁਤ ਘੱਟ ਹੈ, ਵਿਦਆਊਟ ਆਇਲਸ ਅਪਲਾਈ ਕਰਨਾ ਚਾਹੁੰਦੇ ਨੇ, ਕਿਹੜੀ ਆਪਸ਼ਨਸ ਨੇ ਤਾਂ ਕਿ ਸਟੂਡੈਂਟਸ ਜੈਨੂਇਨ ਵੇ ਦੇ ਨਾਲ ਆਪਣੀ ਇਸ ਵੀਕ ਪ੍ਰੋਫਾਈਲ ਤੇ ਵੀ ਬਾਹਰ ਜਾਣ ਦਾ ਸੁਪਨਾ ਸਾਕਾਰ ਕਰਨ। ਬਿਲਕੁਲ ਜੀ। ਦੇਖੋ ਮੈਂ ਗੱਲ ਕਰਾਂਗਾ ਉਹਨਾਂ ਸਟੂਡੈਂਟਸ ਦੀ ਜਿਹੜੇ ਵਿਚਾਰੇ ਜਿਹੜਾ ਨੇ ਅੱਜ ਬਹੁਤ ਲੰਬਾ ਗੈਪ ਹੈ, 5-7 ਸਾਲ ਦਾ ਗੈਪ ਹੈ ਔਰ ਉਸ ਤੋਂ ਇਲਾਵਾ ਜਿਨ੍ਹਾਂ ਦੇ ਨੰਬਰ ਬਹੁਤ ਘੱਟ ਨੇ ਜੀ। ਉਹ ਕਈ ਵਾਰੀ ਕੀ ਹੁੰਦਾ ਹੈ ਕਿ ਉਹ ਠੱਗੀ ਦਾ ਸ਼ਿਕਾਰ ਵੀ ਹੋ ਜਾਂਦੇ ਨੇ। ਉਹ ਕਿਸੇ ਏਜੰਟ ਕੋਲ ਜਾਂਦੇ ਨੇ ਜੀ ਮੈਂ ਕੈਨੇਡਾ ਹੀ ਜਾਣਾ ਤੇ ਉਹ ਕਹਿੰਦਾ ਚਲੋ ਮੈਂ ਤੁਹਾਡਾ ਕੈਨੇਡਾ ਲਾ ਦਿੰਦਾ ਜਾਂ ਆਸਟ੍ਰੇਲੀਆ ਜਾਣਾ ਆਸਟ੍ਰੇਲੀਆ ਲਗਾ ਦਿੰਦੇ ਆ, ਬਟ ਉਹਦੇ 'ਚ ਬਹੁਤ ਸਾਰਾ ਪੈਸਾ ਜਿਹੜਾ ਉਹ ਖਰਾਬ ਕਰ ਲੈਂਦੇ ਨੇ ਕਿਉਂਕਿ ਉਹਨਾਂ ਦਾ ਪ੍ਰੋਫਾਈਲ ਜਿਹੜਾ ਉਹ ਐਲੀਜੀਬਲ ਹੁੰਦਾ ਨਹੀਂ ਹੈ। ਬਿਲਕੁਲ। ਉਹ ਕਹਿੰਦੇ ਨੇ ਕਿ ਜ਼ਿਆਦਾ ਕਮਾਉਣ ਦਾ ਜਿਹੜਾ ਲਾਲਚ ਆ ਉਹ ਥੋੜਾ ਵੀ ਜਿਹੜਾ ਹੈ ਉਹਨੂੰ ਵੀ ਖਰਾਬ ਕਰ ਦਿੰਦਾ। ਇਟ ਮੀਨਸ ਕਿ ਜਿਹੜਾ ਅਸੀਂ ਥੋੜਾ ਅਸੀਂ ਕਿਸੇ ਕੰਟਰੀ 'ਚ ਜਾ ਕੇ ਕਮਾ ਸਕਦੇ ਹਾਂ ਉਹ ਵੀ ਸਾਡਾ ਜ਼ੀਰੋ ਹੋ ਜਾਂਦਾ ਹੈ। ਅਗਰ ਤੁਸੀਂ ਇੰਡੀਆ 'ਚ ਤੁਹਾਨੂੰ ਕੰਮ ਨਹੀਂ ਮਿਲ ਰਿਹਾ ਜਾਂ ਤੁਸੀਂ ਇੰਡੀਆ ਦੇ ਵਿੱਚ ਉਸ ਲੈਵਲ 'ਤੇ ਪੈਸਾ ਨਹੀਂ ਕਮਾ ਪਾ ਰਹੇ ਹੋ ਜਾਂ ਤੁਸੀਂ ਐਲੀਜੀਬਲ ਨਹੀਂ ਹੋ ਕਿ ਤੁਸੀਂ ਜਿਹੜਾ ਹੈ ਕੈਨੇਡਾ, ਆਸਟ੍ਰੇਲੀਆ ਜਾਂ ਕਿਸੇ ਵੱਡੇ ਕੰਟਰੀ 'ਚ ਜਾ ਪਾਓ ਜਿੱਥੇ ਤੁਹਾਡਾ ਜਿਹੜਾ ਹੈ ਪ੍ਰੋਫਾਈਲ ਸਟਰੋਂਗ ਹੋਵੇ ਔਰ ਤੁਸੀਂ ਉੱਥੋਂ ਦਾ ਵੀਜ਼ਾ ਲੈ ਸਕੋ ਜੀ, ਤਾਂ ਤੁਹਾਡੇ ਕੋਲ ਆਪਸ਼ਨਸ ਬਚਦੀਆਂ ਨੇ ਉਹ ਜਿੱਥੇ ਜਿਹੜੀਆਂ ਤੁਹਾਨੂੰ ਵਾਇਆ ਮੈਂ ਕਹਾਂਗਾ ਕਿ ਜਿਹੜਾ ਤੁਸੀਂ ਅਗਰ ਤੁਸੀਂ ਛੋਟੀ ਕੰਟਰੀ ਤੋਂ ਹੁੰਦੇ ਹੋ ਵੱਡੀ ਕੰਟਰੀ ਤੱਕ ਪਹੁੰਚ ਸਕਦੇ ਹੋ ਤਾਂ ਉਹ ਤੁਹਾਡੇ ਜਿਹੜਾ ਭਵਿੱਖ ਆ ਉਹਨੂੰ ਸੁਨਹਿਰਾ ਬਣਾ ਸਕਦਾ ਹੈ ਕਿਉਂਕਿ ਇਹ ਜ਼ਰੂਰੀ ਨਹੀਂ ਹੈ ਕਿ ਡਾਇਰੈਕਟਲੀ ਇੰਡੀਆ ਤੋਂ ਤੁਹਾਡਾ ਵੀਜ਼ਾ ਲੱਗੇ। ਬਿਲਕੁਲ। ਇਸ ਕਰਕੇ ਬਹੁਤ ਸਾਰੇ ਕਾਲਜ ਯੂਨੀਵਰਸਿਟੀਜ਼ ਨੇ ਜਿਨ੍ਹਾਂ ਦੇ ਕੈਂਪਸ ਜਿਹੜੇ ਹੈਗੇ ਨੇ ਉਹ ਹੋਰ ਬੜੀ ਕੰਟਰੀਜ਼ ਦੇ ਵਿੱਚ ਹੈਗੇ ਨੇ ਜੀ। ਕਈ USA ਦੀਆਂ ਯੂਨੀਵਰਸਿਟੀਜ਼ ਹੈਗੀਆਂ ਜਿਨ੍ਹਾਂ ਦੇ ਕੈਂਪਸ ਦੁਬਈ, ਸਿੰਗਾਪੁਰ ਜਾਂ ਹੋਰ ਵੀ ਬਹੁਤ ਸਾਰੀ ਕੰਟਰੀਆਂ ਨੇ ਛੋਟੀਆਂ ਜਿੱਥੇ ਜਾ ਕੇ ਉਹਨਾਂ ਦੇ ਕੈਂਪਸ ਹੈਗੇ ਨੇ। ਅਗਰ ਕੋਈ ਬੱਚਾ ਉਹਦੇ ਥਰੂ ਜਾਂਦਾ ਹੈ ਤਾਂ ਉਹ ਉੱਥੇ ਬੱਚਾ ਜਿਹੜਾ ਹੈ ਮੇਨ ਕੰਟਰੀ ਦੇ ਵਿੱਚ ਪਹੁੰਚ ਸਕਦਾ ਹੈ। ਬੇਸਿਕਲੀ ਕੀ ਹੁੰਦਾ ਹੈ ਕਿ ਜਿਹੜੀ ਵੱਡੀ ਕੰਟਰੀਜ਼ ਉਹਨਾਂ ਦੇ ਆਇਲਟਸ ਸਕੋਰ 6 ਚਾਹੀਦਾ ਹੈ ਜੀ ਜਾਂ 6 ਓਵਰਆਲ ਚਾਹੀਦਾ। ਕਈ ਬੱਚੇ ਨੇ ਜਿਹੜੇ ਆਇਲਟਸ ਕਰ ਹੀ ਨਹੀਂ ਪਾ ਰਹੇ ਜੀ। 5 ਵਾਰੀ ਉਹਨਾਂ ਨੇ ਪੈਸੇ ਖਰਾਬ ਕਰਕੇ ਦੇਖ ਲਏ, ਪੇਰੈਂਟਸ ਨੇ ਵੀ ਪੈਸਾ ਲਗਾ ਕੇ ਦੇਖ ਲਿਆ, ਉਹ ਖਰਾਬ ਹੋ ਰਿਹਾ ਬਟ ਕੁਝ ਨਹੀਂ ਹੋ ਰਿਹਾ। ਇੱਥੇ ਬੱਚੇ ਦਾ ਕੁਝ ਬਣ ਨਹੀਂ ਰਿਹਾ ਜਿੰਦੇ ਕਰਕੇ ਉਹ ਟੈਨਸ਼ਨ ਵਿੱਚ ਨੇ ਕਿ ਜੀ ਕਿਤੇ ਬੱਚਾ ਸਾਡਾ ਕਿਸੇ ਗਲਤ ਕੰਮ 'ਚ ਨਾ ਪੈ ਜਾਵੇ। ਬਿਲਕੁਲ ਜੀ। ਇਹਦੇ ਨਾਲੋਂ ਜ਼ਿਆਦਾ ਵਧੀਆ ਉਹ ਚਾਹੁੰਦੇ ਨੇ ਕਿ ਬੱਚਾ ਕਿਸੇ ਨਾ ਕਿਸੇ ਬੇਸ਼ੱਕ ਛੋਟੀ ਕੰਟਰੀ ਚਲਾ ਜਾਵੇ ਪਰ ਆਪਣਾ ਆਪ ਜਿਹੜਾ ਹੈ ਉਹਨੂੰ ਆਪਣੀ ਕਮਾਈ ਇੰਨੀ ਕੁ ਕਰ ਸਕੇ, ਆਪਣੇ ਆਪ ਨੂੰ ਸੰਭਾਲ ਸਕੇ ਔਰ ਉਸ ਤੋਂ ਬਾਅਦ ਉੱਥੋਂ ਜਿਹੜਾ ਕਿਸੇ ਵਧੀਆ ਕੰਟਰੀ ਲਈ ਚਲਾ ਜਾਵੇ ਜੀ ਜੀ। ਤਾਂ ਇਸੇ ਕਰਕੇ ਹੀ ਅਸੀਂ ਜਿਹੜੀਆਂ ਛੋਟੀ ਕੰਟਰੀਜ਼ ਹੈਗੀਆਂ ਨੇ ਉਹਨਾਂ ਦੇ ਵੀਜ਼ਾ ਲੈ ਕੇ ਆਉਣੇ ਆ। ਉਹਨਾਂ ਦੇ ਪ੍ਰੋਫਾਈਲਸ ਦੇ ਅਕੋਰਡਿੰਗਲੀ ਅਸੀਂ ਦੱਸਦੇ ਹਾਂ ਕਿ ਤੁਸੀਂ ਕਿੱਥੇ ਜਿਹੜਾ ਹੈ ਬੈਸਟ ਵੀਜ਼ਾ ਤੁਹਾਡਾ 100% ਸ਼ੋਰ ਰਹਿ ਸਕਦਾ ਹੈ ਇਹੋ ਜਿਹੇ ਪ੍ਰੋਫਾਈਲ ਦਾ ਜਿਹਨੂੰ ਹੋਰ ਕੋਈ ਵੀ ਕੰਟਰੀ ਪਿਕ ਨਹੀਂ ਕਰਦੀ। ਇਸ ਕਰਕੇ ਅੱਜ ਅਸੀਂ ਜਿਹੜੀ ਡਿਸਕਸ਼ਨ ਲਈ ਆਏ ਹਾਂ ਉਹਦੇ 'ਚ ਪ੍ਰੋਪਰ ਮੈਂ ਕਹਾਂਗਾ ਕਿ ਸਭ ਤੋਂ ਪਹਿਲਾਂ ਮੈਂ ਦੁਬਈ ਦੀ ਡਿਸਕਸ਼ਨ ਕਰਾਂਗਾ। ਠੀਕ ਹੈ। ਕਿਉਂਕਿ ਪੰਜਾਬੀਆਂ ਦਾ ਤੁਸੀਂ ਅਗਰ ਦੇਖੋ ਤਾਂ ਕੈਨੇਡਾ ਔਰ ਆਸਟ੍ਰੇਲੀਆ ਇਹਨਾਂ ਸਭ ਤੋਂ ਬਾਅਦ ਜਿਹੜਾ ਹੈ ਦੁਬਈ 'ਚ ਸਾਡੇ ਬਹੁਤ ਪੰਜਾਬੀ ਵਸੇ ਹੋਏ ਨੇ ਦੁਬਈ ਦੇ ਵਿੱਚ। ਦੁਬਈ ਹੋ ਗਿਆ, ਮਸਕਟ ਹੋ ਗਿਆ, ਇਹਨਾਂ ਸਭ ਜਗ੍ਹਾ ਤੇ ਦੁਬਈ ਦੇ ਵਿੱਚ ਬਹੁਤ ਸਾਰੇ ਪੰਜਾਬੀ ਜਿਹੜੇ ਨੇ ਸਾਡੇ ਰੋਜੀ ਰੋਟੀ ਲਈ ਕੰਮ ਕਰ ਰਹੇ ਨੇ ਔਰ ਰੈਗੂਲਰ ਜਿਹੜਾ ਹੈ ਕੋਈ ਡਰਾਈਵਿੰਗ ਦੇ ਵਿੱਚ ਹੈ, ਕੋਈ ਹੋਰ ਕੰਮ ਕਰਦਾ ਹੈ, ਕੋਈ ਹੋਟਲਸ ਲੱਗੇ ਹੋਏ ਨੇ, ਕੋਈ ਕੁਝ ਐਸਾ ਕਰਕੇ। ਪਰ ਉਹਨਾਂ ਸਭ ਦੀ ਇੱਕ ਹੀ ਦਿੱਕਤ ਹੈ ਕਿ ਉਹਨਾਂ ਨੂੰ ਉਹ ਸੈਲਰੀ ਨਹੀਂ ਮਿਲਦੀ ਜਿਹੜੀ ਸੈਲਰੀ ਉਹਨਾਂ ਨੂੰ ਚਾਹੀਦੀ ਹੁੰਦੀ ਹੈ। ਬਹੁਤ ਸਾਰੇ ਤੁਸੀਂ ਕਿਸੇ ਨਾਲ ਵੀ ਗੱਲ ਕਰ ਲਓ, ਕੋਈ 20,000 ਕਮਾ ਰਿਹਾ, ਕੋਈ 25,000 ਕਮਾ ਰਿਹਾ, ਕੋਈ 30,000 ਕਮਾ ਰਿਹਾ ਤੇ ਐਂਡ ਤੇ ਇਹ ਹੁੰਦਾ ਹੈ ਕਿ 2-4 ਸਾਲ ਬਾਅਦ ਉਹ ਵਾਪਸ ਆ ਜਾਂਦੇ ਨੇ ਤੇ ਇਹ ਪਤਾ ਲੱਗਦਾ ਹੈ ਕਿ ਉੱਥੇ ਜਿਹੜਾ ਹੈ ਅਸੀਂ ਉਹਨਾਂ ਪੈਸਾ ਨਹੀਂ ਕਮਾ ਸਕੇ ਇਸ ਕਰਕੇ ਅਸੀਂ ਵਾਪਸ ਆ ਗਏ। ਪਰ ਐਕਚੁਅਲ ਗੱਲ ਕੀ ਹੁੰਦੀ ਹੈ ਕਿ ਉਹਨਾਂ ਨੇ ਟਰਾਈ ਹੀ ਨਹੀਂ ਕੀਤਾ। ਇਟ ਮੀਨਸ ਕਿ ਉਹਨਾਂ ਕੋਲ ਉਹ ਕੁਆਲੀਫਿਕੇਸ਼ਨ ਹੀ ਨਹੀਂ ਹੈਗੀ
ਕਿ ਉਹ ਦੁਬਈ ਵਿੱਚ ਵੀ ਅੱਛਾ ਪੈਸਾ ਕਮਾ ਸਕਣ। ਓਕੇ, ਬਹੁਤ ਸਾਰੇ ਲੋਕ ਦੁਬਈ ਵਿੱਚ ਜਿਹੜੇ ਨੇ ਇਦਾਂ ਦੇ ਹੈਗੇ ਨੇ ਜਿਹੜੇ ਅੱਛੇ 5 ਸਟਾਰ 'ਚ ਕੰਮ ਕਰਦੇ ਨੇ ਔਰ ਇਸ ਤੋਂ ਇਲਾਵਾ ਅੱਛੀਆਂ ਕੰਪਨੀਆਂ ਦੇ ਵਿੱਚ ਐਜ਼ ਅ ਮੈਨੇਜਰ ਕੰਮ ਕਰਦੇ ਨੇ ਔਰ ਉਹਨਾਂ ਦੀ ਤਨਖਾਹ ਲੱਖਾਂ ਵਿੱਚ ਹੈ। ਜੀ 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 ਜੀ। ਇਸ ਕਰਕੇ ਇਹ ਕੰਟਰੀ ਦਾ ਛੋਟਾ ਹੋਣ ਤੇ ਡਿਪੈਂਡ ਨਹੀਂ ਕਰਦਾ, ਇਹ ਡਿਪੈਂਡ ਕਰਦਾ ਹੈ ਕਿ ਤੁਸੀਂ ਆਪਣੇ ਆਪ ਨੂੰ ਕਿੰਨਾ ਕੁ ਜਿਹੜਾ ਹੈ ਉਸ ਦੇ ਮੁਤਾਬਿਕ ਢਾਲ ਲਿਆ ਹੈ ਜਾਂ ਆਪਣੇ ਆਪ ਨੂੰ ਕਿੰਨਾ ਕੁ ਕਾਮਯਾਬ ਕਰ ਲਿਆ ਉਸ ਕੰਟਰੀ ਦੇ ਲਈ, ਤਾਂ ਕਿ ਤੁਹਾਨੂੰ ਇੱਕ ਅੱਛੀ ਜੌਬ ਮਿਲ ਸਕੇ, ਤੁਹਾਨੂੰ ਲੋਕ ਉੱਥੇ ਐਕਸਪਲੋਇਟ ਨਾ ਕਰਨ, ਕਿਉਂਕਿ ਬਹੁਤ ਸਾਰੀਆਂ ਨਾ ਕੰਟਰੀ 'ਚ ਲੋਕ ਐਕਸਪਲੋਇਟ ਕਰਦੇ ਨੇ। ਇਸ ਕਰਕੇ ਅਸੀਂ ਜਿਹੜੀ ਯੂਨੀਵਰਸਿਟੀਜ਼ ਲੈ ਕੇ ਆਏ ਆ, ਇਹ ਯੂਨੀਵਰਸਿਟੀਜ਼ ਦੁਬਈ ਦੇ ਵਿੱਚ ਹੈਗੀਆਂ ਨੇ ਔਰ ਇਹ ਕੋਈ 1-2 ਕਮਰਿਆਂ ਦਾ ਜਿਹੜਾ ਕਾਲਜ ਨਹੀਂ ਹੈਗਾ। ਠੀਕ ਹੈ। ਇਹ ਬਹੁਤ ਵੱਡਾ ਇੱਕ ਬਿਗ ਕੈਂਪਸ ਹੈਗਾ। ਮੈਂ ਕਹਾਂਗਾ ਇਸ ਕੈਂਪਸ ਦੇ ਵਿੱਚ 10-15 ਏਕੜ 'ਚ ਫੈਲਿਆ ਹੋਇਆ ਇੱਕ ਕੈਂਪਸ ਆ ਔਰ ਇੱਥੇ ਜਿਹੜਾ ਬੱਚਾ ਜਿਹੜਾ ਵੀ ਜਾਏਗਾ ਉਹਨੂੰ ਫੁੱਲ ਟਾਈਮ ਕੰਮ ਅਲਾਉਡ ਹੈ। ਠੀਕ ਹੈ ਜੀ। ਤੁਸੀਂ ਅਗਰ ਇੱਥੋਂ 10ਵੀਂ ਪਾਸ ਆਊਟ ਹੋ ਜਾਂ +2 ਪਾਸ ਆਊਟ ਹੋ ਔਰ ਤੁਹਾਡਾ ਗੈਪ ਬਹੁਤ ਜ਼ਿਆਦਾ ਹੋ ਗਿਆ, ਤੁਸੀਂ ਯੂਕੇ ਜਾਣਾ ਚਾਹੁੰਦੇ ਸੀ ਪਰ ਯੂਕੇ ਨਹੀਂ ਜਾ ਪਾਏ, ਤੁਹਾਡਾ ਸੁਪਨਾ ਸੀ ਮੈਂ ਇੱਥੋਂ ਯੂਕੇ ਡਾਇਰੈਕਟ ਅਪਲਾਈ ਕਰਾਂ, ਪਰ ਕਿਸੇ ਕਾਰਨ ਤੁਹਾਡਾ ਵੀਜ਼ਾ ਜਾਂ ਤਾਂ ਰਿਫਿਊਜ਼ ਹੋ ਗਿਆ ਜਾਂ ਤੁਹਾਡੀ ਐਲੀਜੀਬਿਲਟੀ ਨਹੀਂ ਬਣੀ ਜਾਂ ਕੀ ਹੈਗਾ ਹੈ ਕਿ ਤੁਸੀਂ ਉਹਨੇ ਪੈਸੇ ਨਹੀਂ ਹੈਗੇ ਤੁਹਾਡੇ ਕੋਲ ਕਿ ਤੁਸੀਂ ਉੱਥੇ ਜਾ ਕੇ ਪੜ੍ਹ ਪਾਓ। ਜੀ ਜੀ। ਤਾਂ ਇਹ ਬਹੁਤ ਹੀ ਮੈਂ ਕਹਾਂਗਾ ਸ਼ਾਰਟਕਟ ਹੈ। ਅਗਰ ਤੁਸੀਂ ਦੁਬਈ 1 ਸਾਲ ਪੜ੍ਹਦੇ ਹੋ ਤਾਂ ਉਸ ਤੋਂ ਬਾਅਦ ਤੁਸੀਂ 2 ਸਾਲ ਯੂਕੇ ਵਿੱਚ ਪੜ੍ਹਾਈ ਕਰ ਸਕਦੇ ਹੋ। ਠੀਕ ਹੈ। ਤੁਸੀਂ ਯੂਕੇ ਦੇ ਵਿੱਚ ਇਹਦੀ ਯੂਨੀਵਰਸਿਟੀ ਦਾ ਇੱਕ ਕੈਂਪਸ ਯੂਕੇ 'ਚ ਹੈਗਾ ਔਰ ਇੱਕ ਕੈਂਪਸ ਜਿਹੜਾ ਹੈਗਾ ਇਹਦਾ ਮਾਲਟਾ 'ਚ ਹੈਗਾ ਜਿਹੜਾ ਸ਼ੈਨਗਨ ਵਿੱਚ ਹੈਗਾ। ਠੀਕ ਹੈ। ਅਗਰ ਤੁਸੀਂ ਸ਼ੈਨਗਨ ਪਹੁੰਚਣਾ ਚਾਹੁੰਦੇ ਹੋ, ਤੁਸੀਂ ਚਾਹੁੰਦੇ ਹੋ ਕਿ ਮੈਂ ਸ਼ੈਨਗਨ ਪੜ੍ਹ ਲਵਾਂ ਔਰ ਉਸ ਤੋਂ ਬਾਅਦ ਉੱਥੇ ਹੀ ਪੀਆਰ ਲੈ ਲਵਾਂ ਜਾਂ ਫਿਰ ਉੱਥੇ ਹੀ ਮੈਨੂੰ ਕੰਮ ਮਿਲ ਜੇ ਔਰ ਵਧੀਆ ਕੰਮ ਮਿਲਦਾ ਹੈ ਮਾਲਟਾ ਦੇ ਵਿੱਚ ਵੀ, ਔਰ ਮਾਲਟਾ ਵਾਲਾ ਜਿਹੜਾ ਸਟੂਡੈਂਟ ਹੈ ਉਹ ਕਿਸੇ ਵੀ ਸ਼ੈਨਗਨ ਕੰਪਨੀ 'ਚ ਮੂਵ ਹੋ ਸਕਦਾ ਹੈ, ਕਿਸੇ ਵੀ ਸ਼ੈਨਗਨ ਕੰਪਨੀ ਆਪਣਾ ਕੰਟਰੀ ਦੇ ਵਿੱਚ ਜਿਹੜਾ ਹੈਗਾ ਉੱਥੇ ਆਪਣਾ ਵਰਕ ਪਰਮਿਟ ਕਰਵਾ ਸਕਦਾ ਹੈ। ਤਾਂ ਇਸ ਕਰਕੇ ਉਹ ਸਾਰੇ ਬੱਚਿਆਂ ਦਾ ਭਵਿੱਖ ਜਿਹੜਾ ਹੈ ਸੁਨਹਿਰੀ ਹੋ ਸਕਦਾ ਹੈ ਅਗਰ ਉਹ ਦੁਬਈ ਪੜ੍ਹਨਾ ਚਾਹੁੰਦੇ ਨੇ। ਅਗਰ ਉਹ ਦੁਬਈ ਜਾ ਕੇ ਜਿਹੜਾ ਹੈ 1 ਸਾਲ ਲਾਉਣਾ ਚਾਹੁੰਦੇ ਨੇ, ਫੀਸ ਕੋਈ ਜ਼ਿਆਦਾ ਨਹੀਂ ਹੈ, 6 ਮਹੀਨਿਆਂ ਦੀ ਫੀਸ ਦਾ ਟੋਟਲ ਪੈਕੇਜ ਜਿਹੜਾ ਹੈਗਾ ਹੈ ਉਹ 3.5 ਲੱਖ ਰੁਪਏ ਦਾ ਟੋਟਲ ਪੈਕੇਜ ਹੈਗਾ, ਜਿੱਥੇ ਤੁਸੀਂ ਪਹਿਲਾਂ 6 ਮਹੀਨੇ 1 ਸਾਲ 'ਚ ਇਹ ਹੈਗਾ ਕਿ ਤੁਹਾਨੂੰ ਪਾਸ ਹੋਣਾ ਜ਼ਰੂਰੀ ਹੈ। ਅਗਰ ਤੁਸੀਂ ਸਾਲ ਦੀ ਸਟੱਡੀ ਉੱਥੋਂ ਪਾਸ ਕਰਦੇ ਹੋ ਤਾਂ ਤੁਸੀਂ ਮਾਲਟਾ ਜਾਂ ਫਿਰ ਤੁਸੀਂ ਜਿਹੜਾ ਯੂਕੇ 'ਚ ਆਪਣੀ ਸਟੱਡੀ ਕੰਟੀਨਿਊ ਕਰ ਸਕਦੇ ਹੋ। ਠੀਕ ਹੈ। ਜੇਕਰ ਪਾਸ ਹੋ ਜਾਂਦੇ ਹੋ ਔਰ ਦੁਬਈ 'ਚ ਵੀ ਅਗਰ ਤੁਸੀਂ ਰਹਿਣਾ ਚਾਹੁੰਦੇ ਹੋ, ਅਗਰ ਤੁਸੀਂ ਚਾਹੁੰਦੇ ਹੋ ਕਿ ਮੈਂ ਦੁਬਈ ਹੀ ਆਪਣੀ ਗ੍ਰੈਜੂਏਸ਼ਨ ਕੰਪਲੀਟ ਕਰਾਂ ਜਾਂ ਮਾਸਟਰ ਦੁਬਈ 'ਚ ਕੰਪਲੀਟ ਕਰਾਂ ਤਾਂ ਪਲੇਸਮੈਂਟ ਬਹੁਤ ਅੱਛੀ ਹੈ। 80-90% ਦੇ ਕਰੀਬ ਪਲੇਸਮੈਂਟ ਹੈਗੀ ਆ। ਬਹੁਤ ਅੱਛੇ ਹੋਟਲ, ਰੈਸਟੋਰੈਂਟ, ਅੱਛੀ ਕੰਪਨੀਆਂ ਦੇ ਵਿੱਚ ਜਿੱਥੇ ਤੁਹਾਡੀ ਪੇ ਮਿਨੀਮਮ ਜਿਹੜੀ ਹੈ 60-70,000 ਤੋਂ ਸਟਾਰਟ ਹੋਏਗੀ। ਇਟ ਮੀਨਸ ਕਿ ਹਰ ਜਗ੍ਹਾ ਅੱਛੀਆਂ ਆਪਸ਼ਨਸ ਹੈਗੀਆਂ ਨੇ। ਕਿ ਦੁਬਈ ਤੁਸੀਂ ਦੇਖਿਆ ਕਿ ਪਿਛਲੇ ਕੁਝ ਟਾਈਮ 'ਚ 15-20 ਸਾਲ 'ਚ ਕਿੰਨਾ ਵੱਡਾ ਸਕੋਪ ਹੋ ਗਿਆ। ਤੁਸੀਂ ਦੇਖੋ ਉੱਥੇ ਬਿਲਡਿੰਗਸ ਦੇਖੋ, ਅਗਰ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਉੱਥੇ ਚੇਂਜ ਆਈ ਹੈ, ਕਿਸ ਤਰ੍ਹਾਂ ਐਂਟਰਪ੍ਰੀਨਿਓਰਸ਼ਿਪ ਉੱਥੇ ਵਧੀ ਹੈ, ਕਿਸ ਤਰ੍ਹਾਂ ਉੱਥੇ ਨਵੀਆਂ ਕੰਪਨੀਆਂ ਆਈਆਂ ਨੇ, ਕਿੰਨੇ ਵੱਡੇ ਹੋਟਲਸ ਖੁੱਲ ਗਏ ਨੇ, ਕਿੰਨੇ ਲੋਕ ਉੱਥੇ ਘੁੰਮਣ ਜਾਂਦੇ ਨੇ, ਬਹੁਤ ਸਾਰੀਆਂ ਜੌਬ ਓਪਰਚੁਨਿਟੀਜ਼ ਬਿਲਕੁਲ ਮੈਨ ਪਾਵਰ ਤਾਂ ਚਾਹੀਦੀ ਹੈ ਉਹਨਾਂ ਨੂੰ। ਬਿਲਕੁਲ ਵਾਕਈ ਕਿਉਂਕਿ ਇੱਕ ਬਹੁਤ ਅੱਛੀ ਆਪਸ਼ਨ ਅਸੀਂ ਅੱਜ ਦੇ ਟਾਈਮ ਵਿੱਚ ਸੋਚ ਰਹੇ ਹਾਂ, ਕਿਉਂਕਿ ਜਿੱਥੇ ਇੱਕ ਹੋਪ ਛੱਡ ਚੁੱਕੀ ਹੁੰਦੀ ਹੈ ਜੀ ਪ੍ਰੋਫਾਈਲ ਵਾਲੇ ਜਿਨ੍ਹਾਂ ਦਾ ਗੈਪ ਜ਼ਿਆਦਾ, ਮੈਂ ਬਾਰ-ਬਾਰ ਕਿਉਂ ਹਾਈਲਾਈਟ ਕਰ ਰਹੀ ਹਾਂ ਤਾਂ ਕਿ ਤੁਸੀਂ ਰਿਲੇਟ ਕਰ ਸਕੋ ਕਿ ਇਨ ਕੇਸ ਤੁਹਾਡੀ ਵੀ ਪ੍ਰੋਫਾਈਲ ਦੇ ਵਿੱਚ ਬਹੁਤ ਗੈਪ ਲੱਗ ਚੁੱਕਿਆ ਹੈ, ਕੁਆਲੀਫਿਕੇਸ਼ਨ ਵਿੱਚ ਤੁਹਾਡੀ ਪਰਸੈਂਟੇਜ ਬਹੁਤ ਘੱਟ ਹੈ ਜਾਂ ਤੁਸੀਂ ਆਇਲਸ ਕਲੀਅਰ ਨਹੀਂ ਕਰ ਪਾ ਰਹੇ ਹੋ, ਬਹੁਤ ਵਾਰ ਅਲੱਗ-ਅਲੱਗ ਥਾਂ ਟਰਾਈ ਕਰਕੇ ਵੇਖਿਆ ਗੱਲ ਨਹੀਂ ਬਣ ਰਹੀ ਹੈ, ਤਾਂ ਤੁਸੀਂ ਇੱਥੇ ਜ਼ਰੂਰ ਅਪਲਾਈ ਕਰ ਸਕਦੇ ਹੋ। ਦੁਬਈ ਅਪਲਾਈ ਕਰਦੇ ਤਾਂ ਉਸ ਤੋਂ ਬਾਅਦ ਯੂਕੇ ਜੋ ਹੈ ਤੁਸੀਂ ਜਾ ਸਕਦੇ ਹੋ ਇਸ ਪ੍ਰੋਗਰਾਮ ਦੇ ਜ਼ਰੀਏ। ਤੇ ਇੱਥੇ ਮੈਂ ਕੋਰਸਿਸ ਬਾਰੇ ਵੀ ਥੋੜਾ ਜਾਣਨਾ ਚਾਹੂੰਗੀ ਕਿਉਂਕਿ ਇੰਨਾ ਪੜ੍ਹਾਈ ਦਾ ਗੈਪ ਹੋ ਚੁੱਕਿਆ ਹੁੰਦਾ ਤਾਂ ਕੋਈ ਅਗਰ ਟਫ ਕੋਰਸ ਹੋਏਗਾ, ਉਸ ਤਰ੍ਹਾਂ ਦੀ ਪੜ੍ਹਾਈ ਹੋਏਗੀ ਤਾਂ ਸ਼ਾਇਦ ਕਿਤੇ ਨਾ ਕਿਤੇ ਮੁਸ਼ਕਿਲ ਲੱਗਦਾ ਕਿਸੇ ਨੂੰ ਸਿਲੈਕਟ ਕਰਨਾ। ਕਿਸ ਤਰ੍ਹਾਂ ਦੇ ਕੋਰਸਿਸ ਨੇ ਜਿਹਨੂੰ ਸਟੂਡੈਂਟ ਚੂਜ਼ ਕਰ ਸਕਦੇ ਆ? ਦੇਖੋ ਕੋਰਸਿਸ ਦੀ ਗੱਲ ਕਰਾਂ ਤਾਂ ਸਾਰੇ ਕੋਰਸਿਸ ਅਵੇਲੇਬਲ ਨੇ। ਬਿਜ਼ਨਸ ਜਾਣਾ ਚਾਹੁੰਦੇ ਹੋ ਬਿਜ਼ਨਸ ਜਾ ਸਕਦੇ ਹੋ, ਹਸਪਿਟੈਲਿਟੀ ਜਾ ਸਕਦੇ ਹੋ, ਆਈਟੀ ਜਾ ਸਕਦੇ ਹੋ, ਟੈਕਨੀਕਲ ਪ੍ਰੋਗਰਾਮ ਦੇ ਵਿੱਚ ਜਾ ਸਕਦੇ ਹੋ ਜੀ। ਤਾਂ ਉੱਥੇ ਪੜ੍ਹਾਈ ਦਾ ਮਤਲਬ ਇਹ ਨਹੀਂ ਹੈ ਕਿ ਤੁਹਾਡੇ ਜੀ ਬਹੁਤ ਟਫ ਐਗਜ਼ਾਮ ਹੈਗੇ ਨੇ, ਇਦਾਂ ਦਾ ਕੁਝ ਨਹੀਂ ਹੈ। ਠੀਕ ਹੈ। ਸਾਰੀ ਪ੍ਰੈਕਟੀਕਲ ਸਟੱਡੀ ਹੈਗੀ ਹੈ, ਤੁਹਾਨੂੰ ਪ੍ਰੋਪਰ ਜਿਹੜਾ ਹੈ ਕਲਾਸਰੂਮਸ ਦੇ ਵਿੱਚ ਸਮਝਾਇਆ ਜਾਂਦਾ ਹੈ ਔਰ ਤੁਸੀਂ ਜਿਹੜਾ ਹੈ ਆਪਣੇ ਉੱਥੇ ਜੋ ਵੀ ਨੋਟਸ ਵਗੈਰਾ ਬਣਾਉਣੇ ਹੁੰਦੇ ਨੇ ਤੁਸੀਂ ਬਣਾਉਂਦੇ ਹੋ, ਤੁਸੀਂ ਆਪਣੇ ਜਿਹੜੀਆਂ ਅਸੈਸਮੈਂਟਸ ਨੇ ਉਹਨਾਂ ਨੂੰ ਜਮ੍ਹਾਂ ਕਰਾਉਂਦੇ ਹੋ। ਤਾਂ ਇਸ ਕਰਕੇ ਕੋਈ ਬਹੁਤ ਜ਼ਿਆਦਾ ਟਫ ਨਹੀਂ ਹੈ। ਅਗਰ ਤੁਸੀਂ ਪੜ੍ਹਨਾ ਚਾਹੋ, ਤੁਸੀਂ ਕੋਸ਼ਿਸ਼ ਕਰੋ ਤਾਂ ਤੁਸੀਂ ਉੱਥੇ ਪੜ੍ਹ ਸਕਦੇ ਹੋ, ਆਪਣੇ ਪਹਿਲਾ ਸਾਲ ਕਲੀਅਰ ਕਰ ਸਕਦੇ ਹੋ ਔਰ ਉਸ ਤੋਂ ਬਾਅਦ ਯੂਕੇ ਜਾਂ ਸ਼ੈਨਗਨ ਕੰਟਰੀ 'ਚ ਮੂਵ ਹੋ ਸਕਦੇ ਹੋ। ਜੀ ਜੀ। ਹਾਂਜੀ, ਇਹਦੇ ਨਾਲ ਮੈਂ ਗੱਲ ਕਰਾਂਗਾ ਕਿ ਮੈਂ ਫੀਸ ਦੱਸ ਰਿਹਾ ਸੀ। ਫੀਸ ਦੀ
ਕੋਈ ਜ਼ਿਆਦਾ ਨਹੀਂ ਹੈ। ਔਰ ਫੰਡ ਜਿਹੜੇ ਨੇ ਤੁਹਾਨੂੰ ਬਿਲਕੁਲ ਨਹੀਂ ਚਾਹੀਦੇ, ਸਿਰਫ 2-2.5 ਲੱਖ ਰੁਪਏ ਅਗਰ ਤੁਹਾਡੇ ਅਕਾਊਂਟ 'ਚ ਹੈਗਾ ਤਾਂ ਤੁਸੀਂ ਉਹ ਦਿਖਾ ਕੇ ਜਾ ਸਕਦੇ ਹੋ। ਇਹ ਨਹੀਂ ਹੈ ਕਿ ਤੁਹਾਨੂੰ 10 ਲੱਖ ਰੁਪਏ ਜਮ੍ਹਾਂ ਕਰਾਉਣਾ ਹੈ ਜਾਂ ਤੁਸੀਂ ਜਿਹੜਾ 18-20 ਲੱਖ ਰੁਪਏ ਦਿਖਾਉਣਾ ਹੈ, ਇਦਾਂ ਦਾ ਵੀ ਕੁਝ ਨਹੀਂ ਹੈਗਾ। ਜੀ 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 ਜੀ, ਤੁਸੀਂ ਡਾਇਰੈਕਟ ਜਿਹੜਾ ਜਾ ਸਕਦੇ ਹੋ। ਜਦੋਂ ਤੁਸੀਂ ਉੱਥੋਂ ਮੂਵ ਹੋਵੋਗੇ ਯੂਕੇ ਦੇ ਵਿੱਚ ਜਾਂ ਸ਼ੈਨਗਨ ਦੇ ਵਿੱਚ, ਤੁਹਾਨੂੰ ਆਇਲਟਸ ਉੱਥੇ ਵੀ ਕਰਨ ਦੀ ਕੋਈ ਲੋੜ ਨਹੀਂ ਹੈਗੀ। ਡਾਇਰੈਕਟਲੀ ਤੁਹਾਡੀ ਉੱਥੇ ਜਿਹੜਾ ਹੈ ਤੁਹਾਡੀ ਫਾਈਲ ਦੁਬਾਰਾ ਉੱਥੇ ਸਬਮਿਟ ਹੋਏਗੀ ਔਰ ਉਹਦੇ ਬਿਹਾਫ ਤੇ ਕਿ ਤੁਸੀਂ 1 ਸਾਲ ਉੱਥੇ ਪੜ੍ਹ ਲਿਆ ਹੈ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਤੁਸੀਂ ਹੁਣ ਨੈਕਸਟ ਈਅਰ ਦੇ ਵਿੱਚ ਚਲੇ ਜਾਓਗੇ। ਹੋ ਜਾਏਗੀ ਬਿਲਕੁਲ ਵਾਕਈ, ਕਿਉਂਕਿ ਅਗਰ ਅਸੀਂ ਵੈਸੇ ਐਲੀਜੀਬਿਲਿਟੀ ਨੂੰ ਲੈ ਕੇ ਦੇਖੀਏ ਉੱਥੇ ਵੀ ਬਹੁਤ ਸੌਖਾ ਹੈ। ਅਗਰ ਆਪਾਂ ਫੰਡਸ ਦੀ ਫੀਸ ਦੀ ਗੱਲ ਕਰਦੇ ਹਾਂ ਉੱਥੇ ਵੀ ਬਹੁਤ ਲੀਨੀਅੰਟ ਹੈ, ਤਾਂ ਤੁਹਾਨੂੰ ਇਸ ਤੋਂ ਵਧੀਆ ਆਪਸ਼ਨ ਸ਼ਾਇਦ ਹੋਰ ਨਹੀਂ ਮਿਲ ਸਕਦੀ ਤਾਂ ਕਿ ਤੁਸੀਂ ਆਪਣੇ ਫਿਊਚਰ ਨੂੰ ਹੋਰ ਬ੍ਰਾਈਟ ਕਰ ਸਕੋ। ਲਗਾਤਾਰ ਨੰਬਰ ਵੀ ਜੋ ਹੈ ਸਕਰੀਨ ਦੇ ਉੱਪਰ ਡਿਸਪਲੇ ਹੋ ਰਿਹਾ, ਤੁਸੀਂ ਇਸ ਉੱਪਰ ਕਾਲ ਕਰਕੇ ਵੀ ਜੋ ਹੈ ਡਿਟੇਲ ਹੋਰ ਜਾਣ ਸਕਦੇ ਹੋ, ਆਪਣੀ ਪ੍ਰੋਫਾਈਲ ਬਾਰੇ ਡਿਸਕਸ ਕਰਨਾ ਚਾਹੋ ਤਾਂ ਕਰ ਸਕਦੇ ਹੋ। ਤੇ ਜੇਕਰ ਤੁਸੀਂ ਵਿਜ਼ਿਟ ਕਰਨਾ ਚਾਹੋ ਤਾਂ ਈਜ਼ੀਵੇ ਕੰਸਲਟੈਂਸੀ ਦਾ ਜੋ ਮੇਨ ਹੈਡ ਆਫਿਸ ਹੈ ਉਹ ਚੰਡੀਗੜ੍ਹ ਵਿੱਚ ਹੈ, ਸੈਕਟਰ 17 ਦੇ ਵਿੱਚ। ਬਾਕੀ ਬ੍ਰਾਂਚਿਸ ਦੀ ਡਿਟੇਲ ਵੀ ਜੋ ਹੈ ਸਕਰੋਲ ਦੇ ਵਿੱਚ ਚੱਲ ਰਹੀ ਹੈ, ਤੁਹਾਨੂੰ ਜਿੱਥੇ ਨੇੜੇ ਲੱਗਦਾ ਈਜ਼ੀ ਲੱਗਦਾ ਆਪਣੇ ਡਾਕੂਮੈਂਟਸ ਲੈ ਕੇ ਜ਼ਰੂਰ ਵਿਜ਼ਿਟ ਕਰੋ ਤਾਂ ਕਿ ਟਾਈਮਲੀ ਜੋ ਹੈ ਤੁਸੀਂ ਅਪਲਾਈ ਕਰ ਸਕੋ ਤੇ ਇਸ ਵਧੀਆ ਆਪਸ਼ਨ ਦਾ ਤੁਸੀਂ ਫਾਇਦਾ ਲੈ ਸਕੋ। ਤੇ ਕਦੋਂ ਤੱਕ ਅਪਲਾਈ ਕਰ ਸਕਦੇ ਨੇ ਸਟੂਡੈਂਟਸ ਤਾਂ ਕਿ ਸਟੂਡੈਂਟ ਜਲਦੀ ਤੋਂ ਜਲਦੀ ਅਪਲਾਈ ਕਰਨ, ਦੇਰੀ ਨਾ ਕਰਨ? ਬਿਲਕੁਲ ਜੀ, ਹੁਣ ਸਪਟੈਂਬਰ ਇਨਟੇਕ ਹੈਗਾ, ਸਪਟੈਂਬਰ ਇਨਟੇਕ ਲਈ ਤੁਸੀਂ ਅਪਲਾਈ ਕਰਨਾ ਹੈ ਜੀ। ਔਰ ਜਿਹੜੀ ਸਭ ਤੋਂ ਵਧੀਆ ਚੀਜ਼ ਹੈ ਕਿ ਤੁਸੀਂ 1 ਰੁਪਿਆ ਵੀ ਸਾਨੂੰ ਪਹਿਲਾਂ ਨਹੀਂ ਦੇਣਾ। ਜਦੋਂ ਤੁਹਾਡਾ ਵੀਜ਼ਾ ਆਏਗਾ ਉਦੋਂ ਹੀ ਤੁਸੀਂ ਇਹ ਸਾਰੀ ਫੀਸ ਭਰਨੀ ਹੈ, ਜਿਹੜੀ ਵੀ ਤੁਹਾਨੂੰ 3.5 ਲੱਖ 3,60,000 ਦੇ ਕਰੀਬ ਬਣੇਗੀ ਜੀ। ਔਰ ਇਹ ਤੁਸੀਂ 6 ਮਹੀਨੇ ਦੀ ਫੀਸ ਜਿਹੜੀ ਆ ਉਦੋਂ ਹੀ ਭਰਨੀ ਹੈ ਜਦੋਂ ਤੁਹਾਡਾ ਪ੍ਰੋਪਰ ਵੀਜ਼ਾ ਆ ਗਿਆ। ਤੁਸੀਂ 1 ਰੁਪਿਆ ਸਾਨੂੰ ਪਹਿਲਾਂ ਨਹੀਂ ਦੇਣਾ ਔਰ ਇਹਦੇ 'ਚ ਤੁਹਾਨੂੰ ਜਿਹੜਾ ਕੋਈ ਐਮਬੈਸੀ ਫੀਸ ਦੇਣ ਦੀ ਲੋੜ ਨਹੀਂ ਹੈ, ਕੁਝ ਵੀ ਤਰੀਕੇ ਦੀ ਕੋਈ ਚੀਜ਼ ਦੀ ਜ਼ਰੂਰਤ ਨਹੀਂ ਹੈਗੀ। ਤੁਸੀਂ ਸਿਰਫ ਸਾਨੂੰ ਆਪਣੇ ਓਰੀਜਨਲ ਡਾਕੂਮੈਂਟ ਦੇਣੇ ਨੇ ਔਰ ਸਾਡੇ ਨਾਲ ਜਿਹੜਾ ਹੈ ਕਿ ਐਗਰੀਮੈਂਟ ਸਾਈਨ ਕਰਨਾ ਹੈ ਕਿ ਤੁਸੀਂ ਜਿਹੜਾ ਹੈ ਇਸ ਸਟੱਡੀ ਲਈ ਜਾ ਰਹੇ ਹੋ ਔਰ ਤੁਸੀਂ ਆਪਣੀ ਪੜ੍ਹਾਈ ਜਿਹੜੀ ਹੈ ਉੱਥੇ ਕੰਟੀਨਿਊ ਕਰੋਗੇ ਜੀ। ਹਾਂਜੀ, ਇਹਨਾਂ ਚੀਜ਼ਾਂ ਦੇ ਨਾਲ ਕੀ ਹੈਗਾ ਕਿ ਤੁਹਾਡਾ ਜਿਹੜਾ ਵੀਜ਼ਾ ਜਿਹੜਾ ਹੈ 15 ਤੋਂ 20 ਦਿਨਾਂ ਦੇ ਵਿੱਚ ਆ ਜਾਂਦਾ ਹੈ ਔਰ 20 ਦਿਨ ਤੋਂ ਬਾਅਦ ਜਿਹੜਾ ਤੁਹਾਡੀ ਫਲਾਈਟ ਹੋ ਜਾਂਦੀ ਹੈ। ਫੀਸ ਪੇ ਕਰੋਗੇ ਔਰ ਫੀਸ ਪੇ ਕਰਨ ਤੋਂ ਬਾਅਦ ਜਿਹੜੀ ਤੁਹਾਡੀ ਫਲਾਈਟ ਹੋ ਜਾਏਗੀ ਔਰ ਡਾਇਰੈਕਟਲੀ ਜਿਹੜੀ ਹੈ ਤੁਸੀਂ ਆਪਣੀ ਫਲਾਈਟ ਜਿਹੜਾ ਲੈ ਕੇ ਦੁਬਈ 'ਚ ਪੜ ਸਕਦੇ ਹੋ। ਤੁਹਾਨੂੰ ਅਕਮੋਡੇਸ਼ਨ ਦੀ ਅਸੀਂ ਫੈਸਿਲਿਟੀ ਦੇ ਰਹੇ ਹਾਂ, ਤੁਹਾਨੂੰ ਜਿਹੜਾ ਹੈ 1 ਮਹੀਨੇ ਲਈ ਅਕਮੋਡੇਸ਼ਨ ਦੀ ਵੀ ਅਸੀਂ ਕਰਾ ਕੇ ਦੇ ਰਹੇ ਹਾਂ ਕਿ ਤੁਹਾਡੀ ਅਕਮੋਡੇਸ਼ਨ ਤੁਹਾਨੂੰ ਕੋਈ ਦਿੱਕਤ ਨਾ ਆਵੇ। ਔਰ ਬਹੁਤ ਸਾਰੇ ਸਟੂਡੈਂਟ ਉੱਥੇ ਆਲਰੇਡੀ ਪੰਜਾਬੀ ਜਾ ਚੁੱਕੇ ਨੇ। ਅਗਰ ਤੁਸੀਂ ਉੱਥੇ ਪੜ੍ਹਨਾ ਚਾਹੁੰਦੇ ਹੋ ਤੁਸੀਂ ਆਪਣੀ ਸਟੱਡੀ ਕੰਟੀਨਿਊ ਕਰੋ, 2-3 ਦਿਨ ਕਲਾਸਿਸ ਲਗਾਓ ਔਰ ਬਾਕੀ ਦਿਨ ਤੁਸੀਂ ਕੰਮ ਵੀ ਕਰ ਸਕਦੇ ਹੋ ਜੀ ਜੀ। ਕੰਮ ਦੀ ਵੀ ਤੁਹਾਨੂੰ ਅੱਛੀ ਜਿਹੜੀ ਹੈ ਉੱਥੇ ਸਾਡੀ ਹੈਲਪ ਰਹੇਗੀ ਤੁਹਾਨੂੰ ਕਿ ਅਸੀਂ ਤੁਹਾਡੀ ਹੈਲਪ ਕਰਾਂਗੇ ਕਿ ਕੁਝ ਨਾ ਕੁਝ ਤੁਹਾਨੂੰ ਜਿਹੜਾ ਹੈ ਅੱਛੀ ਜੋਬ ਮਿਲ ਜਾਏ ਤਾਂ ਕਿ ਤੁਸੀਂ ਨਾਲ ਜਿਹੜਾ ਹੈਗਾ ਆਪਣਾ ਖਰਚਾ ਪਾਣੀ ਉਹ ਕੱਢ ਸਕੋ। ਹਾਂ ਜੀ ਬਿਲਕੁਲ, ਕਿਉਂਕਿ ਅਸੀਂ ਅਕਸਰ ਵੇਖਦੇ ਹਾਂ ਕਿ ਸਟੂਡੈਂਟਸ ਨਾਰਮਲੀ ਜੋ ਹੈ ਭੇਡ ਚਾਲ ਵਿੱਚ ਚੱਲਦੇ ਨੇ, ਜੋ ਆਸੇ-ਪਾਸੇ ਦੇਖਦੇ ਆ ਕਿ ਬਾਕੀ ਕਿਤੇ ਜਾ ਰਹੇ ਆਪਾਂ ਵੀ ਉੱਥੇ ਚੱਲੀਏ, ਜਦ ਕਿ ਉਸ ਤੋਂ ਇਲਾਵਾ ਵੀ ਬਹੁਤ ਸਾਰੀ ਅੱਛੀ ਆਪਸ਼ਨਸ ਅਵੇਲੇਬਲ ਨੇ ਜਿਵੇਂ ਕਿ ਆਪਾਂ ਅੱਜ ਗੱਲ ਕਰਦੇ ਪਏ ਹਾਂ ਦੁਬਈ ਦੇ ਬਾਰੇ ਵਿੱਚ। ਸੋ ਬਜਾਏ ਕਿ ਇਸ ਦੇ ਕਿ ਤੁਸੀਂ ਕਿਤੇ ਇਲੀਗਲ ਵੇ ਦੇ ਨਾਲ ਜਾਣ ਦੀ ਕੋਸ਼ਿਸ਼ ਕਰਦੇ ਹੋ, ਇੰਨਾ ਪੈਸਾ ਆਪਣਾ ਵੇਸਟ ਕਰ ਦਿੰਦੇ ਹੋ ਪਰ ਫਿਰ ਵੀ ਗੱਲ ਨਹੀਂ ਬਣਦੀ, ਸਿਰਫ ਪੈਸਾ ਹੀ ਵੇਸਟ ਕਰਦੇ ਹੋ। ਸੋ ਬਹੁਤ ਘੱਟ ਖਰਚੇ ਦੇ ਵਿੱਚ ਤੁਸੀਂ ਜੋ ਹੈ ਇੱਕ ਲੀਗਲ ਵੇ ਦੇ ਨਾਲ ਜਾ ਸਕਦੇ ਹੋ ਤੇ ਉਸ ਤੋਂ ਬਾਅਦ ਯੂਕੇ ਜਾਂ ਸ਼ੈਨਗਨ ਕੰਟਰੀਜ਼ ਵਿੱਚ ਤੁਸੀਂ ਅੱਗੋਂ ਆਪਣਾ ਜੋ ਹੈ ਫਿਊਚਰ ਬ੍ਰਾਈਟ ਕਰ ਸਕਦੇ ਹੋ। ਹੋਰ ਕੀ ਅੱਛੀ ਆਪਸ਼ਨਸ ਆਪਾਂ ਦੁਬਈ ਵਿੱਚ ਅਗਰ ਸਟੂਡੈਂਟਸ ਨੂੰ ਐਡਮਿਸ਼ਨ, ਕਿਉਂਕਿ ਸਤੰਬਰ ਇਨਟੇਕ ਬਹੁਤ ਦੂਰ ਨਹੀਂ ਰਹਿ ਗਿਆ, ਹੁਣੇ ਹੀ ਕਰਨਗੇ ਅਪਲਾਈ ਤਾਂ ਹੀ ਪ੍ਰੋਸੈਸ ਚੱਲੂਗਾ, ਤੇ ਪ੍ਰੋਸੈਸਿੰਗ ਟਾਈਮ ਬਾਰੇ ਵੀ ਜਾਣਨਾ ਚਾਹਾਂਗੇ ਤੇ ਹੋਰ ਕੀ ਅੱਛੀ ਆਪਸ਼ਨਸ ਉਹਨਾਂ ਨੂੰ ਮਿਲਦੀਆਂ ਅਗਰ ਇੱਥੇ ਦੁਬਈ ਵਿੱਚ ਉਹ ਆਪਣੀ ਪੜ੍ਹਾਈ ਕਰਦੇ ਨੇ ਸ਼ੁਰੂ? ਦੇਖੋ, ਅਗਰ ਦੁਬਈ 'ਚ ਉਹ ਆਪਣੀ ਸਟੱਡੀ ਜਿਹੜੀ ਹੈ ਕੰਪਲੀਟ ਕਰਦੇ ਨੇ 15 ਦਿਨ 'ਚ, ਜਿਵੇਂ ਤੁਹਾਨੂੰ ਦੱਸਿਆ ਕਿ ਵੀਜ਼ਾ ਆ ਜਾਂਦਾ ਹੈ ਔਰ ਉਸ ਤੋਂ ਬਾਅਦ ਜਦੋਂ ਬੱਚਾ ਉੱਥੇ ਪਹੁੰਚੇਗਾ ਤਾਂ ਸਾਡੀ ਜਿਹੜੀ ਯੂਨੀਵਰਸਿਟੀ ਦੀ ਟੀਮ ਉਹਨੂੰ ਪ੍ਰੋਪਰ ਗਾਈਡੈਂਸ ਦੇਵੇਗੀ ਕਿ ਉਹ ਕਿਸ ਤਰ੍ਹਾਂ ਜਿਹੜਾ ਹੈ ਆਪਣੀ ਜੌਬ ਸਰਚ ਕਰ ਸਕਦੇ ਨੇ, ਕਿਸ ਤਰ੍ਹਾਂ ਜਿਹੜਾ ਹੈ ਉਹ ਆਪਣੀ ਜੌਬ ਦੇ ਨਾਲ ਪੈਸਾ ਕਮਾ ਸਕਦੇ ਨੇ। ਤੇ ਦੁਬਈ 'ਚ ਬਹੁਤ ਸਾਰੀਆਂ ਆਪਸ਼ਨਸ ਹੈਗੀਆਂ ਨੇ। ਜਦੋਂ ਤੁਸੀਂ ਕੰਪਲੀਟ ਕਰ ਲੈਂਦੇ ਹੋ ਆਪਣੀ ਡਿਗਰੀ, ਬੇਸ਼ੱਕ ਤੁਸੀਂ ਬੈਚਲਰ ਡਿਗਰੀ ਜਾ ਰਹੇ ਹੋ ਜਾਂ ਮਾਸਟਰ ਡਿਗਰੀ ਜਾ ਰਹੇ ਹੋ, ਤਾਂ ਯੂਨੀਵਰਸਿਟੀ ਦੇ ਜਿਹੜੀ ਪਲੇਸਮੈਂਟ ਏਜੰਸੀਜ਼ ਹੈਗੀਆਂ ਨੇ ਉਹ ਤੁਹਾਨੂੰ ਜਿਹੜਾ ਹੈ ਪ੍ਰੋਪਰ ਪਲੇਸਮੈਂਟ ਦੇਣ 'ਚ ਤੁਹਾਡੀ ਹੈਲਪ ਕਰਦੀਆਂ ਨੇ ਤਾਂ ਕਿ ਤੁਸੀਂ ਇੱਕ ਅੱਛੀ ਜਗ੍ਹਾ ਤੇ, ਮੈਂ ਸਿਰਫ ਉਹਨਾਂ ਸਟੂਡੈਂਟ ਦੀ ਨਹੀਂ ਗੱਲ ਕਰ ਰਿਹਾ ਜਿਹੜੇ ਜਿਨ੍ਹਾਂ ਦੇ ਬਿਲਕੁਲ ਨੰਬਰ ਘੱਟ ਨੇ, ਜਿਹੜੇ ਅੱਛੇ ਸਟੂਡੈਂਟ ਵੀ ਜਾਣਾ ਚਾਹੁੰਦੇ ਨੇ। ਇਟ ਮੀਨਸ ਇਹ ਜ਼ਰੂਰੀ ਨਹੀਂ ਹੈ ਕਿ ਹਰ ਇੱਕ ਬੰਦਾ ਕੈਨੇਡਾ ਜਾ ਕੇ ਪੜ੍ਹੇ ਜਾਂ ਹਰ ਇੱਕ ਬੰਦਾ ਆਸਟ੍ਰੇਲੀਆ ਜਾ ਕੇ ਪੜ੍ਹੇ। ਦੁਬਈ ਵੀ ਇੱਕ ਬਹੁਤ ਵੱਡੀ ਓਪਰਚੁਨਿਟੀ ਹੈ ਮੈਂ ਕਹਾਂਗਾ। ਅਗਰ ਤੁਸੀਂ ਉੱਥੇ ਐਜ਼ ਅ ਮੈਨੇਜਰ ਜਾਂ ਐਜ਼ ਕੁਝ ਅੱਛੀ ਜੌਬ ਤੁਹਾਨੂੰ ਮਿਲਦੀ ਹੈ ਕਿਸੇ ਅੱਛੀ 5 ਸਟਾਰ ਕੰਪਨੀ ਦੇ ਵਿੱਚ, ਤਾਂ ਮੈਂ ਕਹਾਂਗਾ ਤੁਸੀਂ ਉੱਥੇ ਉਸ ਤੋਂ ਵੀ ਵਧੀਆ ਕਮਾ ਸਕਦੇ ਹੋ। ਤਾਂ ਇਸ ਕਰਕੇ ਇਹ ਸਾਡੀ ਸਿਰਫ ਸੋਚ ਹੈ ਦੁਬਈ ਜਾਂ ਇਹਨਾਂ ਚੀਜ਼ਾਂ ਦੀ, ਉਹ ਸਾਡੀ ਮਿਹਨਤ ਤੇ ਡਿਪੈਂਡ ਕਰਦਾ ਹੈ ਕਿ ਅਸੀਂ ਕਿਹੜਾ ਮੁਕਾਮ ਹਾਸਲ ਕਰ ਸਕਦੇ ਹਾਂ ਤੇ ਉਸ ਤੇ ਜਾ ਕੇ ਸਾਡੇ ਫਿਊਚਰ ਕੀ ਹੋ ਸਕਦਾ ਹੈ। ਜੀ 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 ਬਿਲਕੁਲ। ਤੇ ਇਸ ਤੋਂ ਇਲਾਵਾ ਵੀ ਆਪਾਂ ਡਿਸਕਸ ਕਰਨਾ ਚਾਹਾਂਗੇ ਕਿ ਆਪਾਂ ਦੁਬਈ ਦੀ ਗੱਲ ਕੀਤੀ, ਇਸ ਤੋਂ ਇਲਾਵਾ ਵੀ ਹੋਰ ਕਿਹੜੀ ਆਪਸ਼ਨਸ ਨੇ ਤਾਂ ਕਿ ਅੱਜ ਮੈਂ ਚਾਹੂੰਗੀ ਕਿ ਆਪਾਂ ਟੋਟਲੀ ਅਗਰ ਫੋਕਸ ਕੀਤਾ ਹੈ ਕੁਝ ਇਸ ਤਰ੍ਹਾਂ ਦੀ ਪ੍ਰੋਫਾਈਲਸ ਉੱਪਰ ਤਾਂ ਹੋਰ ਵੀ ਆਪਸ਼ਨਸ ਆਪਾਂ ਡਿਸਕਸ ਕਰੀਏ, ਸਾਡੇ ਦਰਸ਼ਕਾਂ ਤੱਕ ਹੋਰ ਜਾਣਕਾਰੀ ਪਹੁੰਚਾਈਏ ਤਾਂ ਕਿ ਇੱਕ ਸਹੀ ਡਿਸੀਜਨ ਉਹ ਲੈ ਸਕਣ ਇਹ ਸ਼ੋਅ ਦੇਖਣ ਤੋਂ ਬਾਅਦ। ਦੇਖੋ, ਦੂਸਰੀ ਜਿਹੜੀ ਆਪਸ਼ਨ ਮੈਂ ਕਹਾਂਗਾ ਜੋ ਹੈਗੀ ਹੈ ਸਿੰਗਾਪੁਰ ਜਿਹੜੀ ਹੈ ਤੁਹਾਨੂੰ ਪਤਾ ਹੈ ਕਿ ਛੋਟੀ ਜਿਹੀ ਕੰਟਰੀ ਹੈਗੀ ਹੈ ਔਰ
ਬਹੁਤ ਬਿਊਟੀਫੁਲ ਕੰਟਰੀ ਹੈ ਕਿਉਂਕਿ ਅਸੀਂ ਖੁਦ ਉੱਥੇ ਵਿਜ਼ਿਟ ਕੀਤਾ ਹੋਇਆ। ਔਰ ਸਿੰਗਾਪੁਰ ਦੇ ਵਿੱਚ ਜਿਹੜੀ ਇੰਸਟੀਚਿਊਟਸ ਹੈਗੇ ਨੇ ਉਹ ਬਹੁਤ ਸਾਰੇ ਇੰਸਟੀਚਿਊਟ ਜਿਹੜੇ ਨੇ ਤੁਹਾਨੂੰ ਪਾਥਵੇ ਪ੍ਰੋਗਰਾਮ ਦਿੰਦੇ ਨੇ। ਜਿਵੇਂ ਸਾਡੇ ਕੋਲ PSB ਅਕੈਡਮੀ ਹੈਗੀ ਆ, ਉਹਦੇ 'ਚ ਤੁਹਾਨੂੰ ਡਾਇਰੈਕਟਲੀ ਆਸਟ੍ਰੇਲੀਆ ਦੀ ਐਡਮਿਸ਼ਨ ਮਿਲਦੀ ਆ। ਤੁਸੀਂ ਅਗਰ ਇੱਥੇ ਤੁਹਾਡਾ ਆਇਲਟਸ ਨਹੀਂ ਹੈਗਾ, ਤੁਸੀਂ ਵਿਦਆਊਟ ਆਇਲਟਸ ਹੋ, ਥੋੜਾ ਜਿਹਾ ਗੈਪ ਹੈਗਾ ਹੈ, ਤਾਂ ਤੁਸੀਂ ਡਾਇਰੈਕਟਲੀ ਸਿੰਗਾਪੁਰ ਅਪਲਾਈ ਕਰ ਸਕਦੇ ਹੋ। ਸਿੰਗਾਪੁਰ ਦੀਆਂ ਬਹੁਤ ਸਾਰੀਆਂ ਮੈਂ ਕਹਾਂਗਾ ਆਸਟ੍ਰੇਲੀਅਨ ਯੂਨੀਵਰਸਿਟੀ ਦੇ ਜਿਹੜੇ ਕੈਂਪਸ ਹੈਗੇ ਨੇ ਉਹ ਵੀ ਸਿੰਗਾਪੁਰ ਵਿੱਚ ਹੈਗੇ। ਠੀਕ ਹੈ। ਥੋੜੀ ਜੀ ਫੀਸ ਉਹਨਾਂ ਦੀ ਜ਼ਿਆਦਾ ਹੁੰਦੀ ਹੈ ਨਾਰਮਲ ਨਾਲੋਂ, ਕਿਉਂਕਿ ਜਿੱਥੇ ਤੁਹਾਡਾ $5,000-6,000 ਲੱਗਦਾ ਉੱਥੇ ਤੁਹਾਡਾ $10,000-12,000 ਜਿਹੜਾ ਸਿੰਗਾਪੁਰ 'ਚ ਫਸਟ ਈਅਰ 'ਚ ਲੱਗੇਗਾ। ਔਰ ਉਸ ਤੋਂ ਬਾਅਦ ਜਿਹੜਾ ਹੈ ਤੁਸੀਂ ਜਿਹੜੀ ਅਗਲੀ ਸਟੱਡੀ ਜਿਹੜੀ ਆ ਉਹ ਆਸਟ੍ਰੇਲੀਆ 'ਚ ਕਰ ਸਕਦੇ ਹੋ, ਤੁਸੀਂ ਅਗਲੀ ਸਟੱਡੀ ਜਿਹੜੀ ਆ UK 'ਚ ਕਰ ਸਕਦੇ ਹੋ, ਤੁਸੀਂ ਅਗਲੀ ਸਟੱਡੀ ਆ ਉਹ ਕੈਨੇਡਾ ਵੀ ਕਰ ਸਕਦੇ ਹੋ। USA ਦੀਆਂ ਯੂਨੀਵਰਸਿਟੀਜ਼ ਦੇ ਵੀ ਪਾਥਵੇ ਉੱਤੇ ਹੈਗੇ ਨੇ। ਜੀ ਬਿਲਕੁਲ, ਜਿਵੇਂ ਆਪਾਂ ਪਹਿਲਾਂ ਦੁਬਈ ਦੀ ਗੱਲ ਕੀਤੀ, ਉਸੇ ਤਰੀਕੇ ਨਾਲ ਅਗਰ ਸਿੰਗਾਪੁਰ ਲਈ ਵੀ ਅਪਲਾਈ ਕੀਤਾ ਜਾਂਦਾ ਤਾਂ ਬਹੁਤ ਅੱਛੇ ਪਾਥਵੇ ਪ੍ਰੋਗਰਾਮਸ ਨੇ, ਕਿਉਂਕਿ ਕਈ ਵਾਰੀ ਸਟੂਡੈਂਟਸ ਇਸੇ ਚੀਜ਼ ਨੂੰ ਲੈ ਕੇ ਆਪਣੀ ਹੋਪ ਹਾਰ ਜਾਂਦੇ ਨੇ ਕਿ ਜਦੋਂ ਡਾਇਰੈਕਟ ਆਸਟ੍ਰੇਲੀਆ ਦੀ ਜਿਵੇਂ ਤੁਸੀਂ ਗੱਲ ਕੀਤੀ ਹੈ ਨਹੀਂ ਹੋ ਪਾਉਂਦਾ। ਸੋ ਇੱਕ ਅੱਛਾ ਪਾਥਵੇ ਅਗਰ ਹੋਏਗਾ ਤਾਂ ਸਟੂਡੈਂਟ ਜਿਹੜਾ ਆਪਣਾ ਡ੍ਰੀਮ ਪੂਰਾ ਫੁੱਲਫਿਲ ਕਰ ਸਕਦਾ ਆਸਾਨੀ ਦੇ ਨਾਲ। ਬਿਲਕੁਲ ਜੀ, ਦੇਖੋ ਸਿੰਗਾਪੁਰ ਇੱਕ ਇੱਦਾਂ ਦਾ ਕੰਟਰੀ ਆ ਜਿੱਥੇ ਜਾ ਕੇ ਤੁਸੀਂ ਬਹੁਤ ਕੁਝ ਸਿੱਖ ਸਕਦੇ ਹੋ। ਸਿੰਗਾਪੁਰ ਮੈਂ ਕਹਾਂਗਾ ਕਿ ਬਿਜ਼ਨਸ ਹੱਬ ਹੈਗਾ ਹੈ, ਜਿੱਥੇ ਬਹੁਤ ਵੱਡੀ ਕੰਪਨੀ ਦੇ ਜਿਹੜੇ ਹੈਗੇ ਨੇ ਓਰੀਜਨਲ ਆਫਿਸਿਸ ਹੈਗੇ ਨੇ, ਸੈਂਟਰਸ ਹੈਗੇ ਨੇ ਜੀ। ਔਰ ਉੱਥੇ ਬਹੁਤ ਸਾਰੀਆਂ ਅਲੱਗ-ਅਲੱਗ ਕਮਿਊਨਿਟੀਜ਼ ਤੋਂ ਲੋਕ ਆਉਂਦੇ ਨੇ ਔਰ ਉੱਥੇ ਡਿਫਰੈਂਟ ਕਲਚਰਸ ਦੇ ਲੋਕ ਨੇ ਔਰ ਉੱਥੇ ਤੁਹਾਨੂੰ ਬਹੁਤ ਅਪਰਚੁਨਿਟੀਜ਼ ਮਿਲਦੀਆਂ ਨੇ। ਮੈਂ ਇੱਕ ਸਟੂਡੈਂਟ ਸੀ ਸਾਡਾ, ਉਹ ਅਸੀਂ ਕਾਫੀ 5-7 ਸਾਲ ਪਹਿਲਾਂ ਉਹਨੂੰ ਭੇਜਿਆ ਸੀ। ਉਹ ਅੱਜ ਕੱਲ੍ਹ ਇੱਕ ਸਿੰਗਾਪੁਰ ਦੀ ਬੈਂਕ 'ਚ ਕੰਮ ਕਰ ਰਿਹਾ ਔਰ ਹੀ ਇਜ਼ ਗੈਟਿੰਗ ਵੈਰੀ ਵੰਡਰਫੁਲ, ਆਈ ਵਿਲ ਸੇ ਕਿ ਬਹੁਤ ਵਧੀਆ ਪੈਕੇਜ ਜਿਹੜਾ ਉਹ ਲੈ ਰਿਹਾ। ਘੱਟੋ ਘੱਟ ਉਹਦੀ ਜਿਹੜੀ ਸੈਲਰੀ ਹੈ $7,000 ਹੈ। ਓਕੇ, ਇਟ ਮੀਨ $7,000 ਤੁਸੀਂ ਸ਼ਾਇਦ ਕੈਨੇਡਾ 'ਚ ਵੀ ਨਾ ਲੈ ਪਾਓ, ਬਟ ਉਹ ਉੱਥੇ $7,000 ਦਾ ਇੱਕ ਪੈਕੇਜ ਲੈ ਰਿਹਾ ਔਰ ਅੱਛੀ ਯੂਨੀਵਰਸਿਟੀ ਤੋਂ ਸਿੰਗਾਪੁਰ 'ਚ ਪੜ੍ਹਿਆ ਹੋਇਆ। ਤਾਂ ਇਸ ਕਰਕੇ ਇਹ ਤੁਹਾਡੀ ਸੋਚ ਹੈ ਕਿ ਛੋਟੀ ਕੰਟਰੀ ਦੀ, ਅਗਰ ਤੁਸੀਂ ਐਲੀਜੀਬਲ ਹੈਗੇ ਹੋ, ਤੁਸੀਂ ਜਾਣਾ ਚਾਹੁੰਦੇ ਹੋ, ਅਪਲਾਈ ਕਰਨਾ ਚਾਹੁੰਦੇ ਹੋ ਤੁਸੀਂ ਸਿੰਗਾਪੁਰ, ਤਾਂ ਸਿੰਗਾਪੁਰ ਤੋਂ ਤੁਹਾਨੂੰ ਪਾਥਵੇ ਵੀ ਮਿਲਦੇ ਨੇ। ਔਰ ਸਿੰਗਾਪੁਰ ਦੇ ਵਿੱਚ ਤੁਸੀਂ ਬਹੁਤ ਸਾਰੀਆਂ ਵਧੀਆ ਯੂਨੀਵਰਸਿਟੀਜ਼ ਨੇ, ਬਹੁਤ ਜਿਵੇਂ ਮੈਂ ਤੁਹਾਨੂੰ PSB ਦੱਸੀ ਹੈ, ਇਸ ਤੋਂ ਇਲਾਵਾ ਨਿਊਕਾਸਲ ਯੂਨੀਵਰਸਿਟੀ ਹੈਗੀ ਹੈ, ਗ੍ਰਿਫਿਥ ਯੂਨੀਵਰਸਿਟੀ ਹੈਗੀ ਹੈ, ਹੋਰ ਬਹੁਤ ਸਾਰੀਆਂ ਯੂਨੀਵਰਸਿਟੀਜ਼ ਨੇ ਜਿਨ੍ਹਾਂ ਦੇ ਉੱਥੇ ਕੈਂਪਸਿਸ ਹੈਗੇ ਨੇ। ਤੁਸੀਂ 1 ਸਾਲ ਉੱਥੇ ਲਾਉਣਾ ਹੈ, 1 ਸਾਲ ਤੁਸੀਂ ਉੱਥੇ ਪਾਸ ਕਰਨਾ ਹੈ ਔਰ ਉਸ ਤੋਂ ਬਾਅਦ ਤੁਹਾਨੂੰ ਜਿਹੜਾ ਸ਼ਿਫਟ ਕਰ ਦਿੱਤਾ ਜਾਏਗਾ ਦੂਸਰੀ ਜਿਹੜੇ ਵੀ ਕੰਟਰੀ ਹੈਗਾ ਜਿੱਥੇ ਤੁਸੀਂ ਜਾਣਾ ਚਾਹੁੰਦੇ ਹੋ। ਪਰ ਮੇਨ ਇਹ ਹੈ ਕਿ ਉੱਥੇ ਪਾਸ ਹੋਣਾ ਬਹੁਤ ਜ਼ਰੂਰੀ ਹੈ। ਪਾਸ ਹੋ ਜਾਓਗੇ ਤਾਂ ਕੋਈ ਪ੍ਰੋਬਲਮ ਨਹੀਂ ਹੈ। ਜਿਵੇਂ ਮੈਂ ਪਹਿਲਾਂ ਦੁਬਈ 'ਚ ਵੀ ਦੱਸਿਆ ਕਿ ਤੁਹਾਡੀ ਸਟੱਡੀ ਜਿਹੜੀ ਉਹ ਇੰਨੀ ਔਖੀ ਨਹੀਂ ਹੈ। ਔਰ ਸਿੰਗਾਪੁਰ ਦੇ ਵਿੱਚ ਜਿਹੜੇ ਨੇ ਹੋਟਲ ਰੈਸਟੋਰੈਂਟਸ ਬਹੁਤ ਜ਼ਿਆਦਾ ਨੇ, ਤੁਹਾਨੂੰ ਪਾਰਟ ਟਾਈਮ ਜੌਬ ਵੀ ਮਿਲ ਜਾਂਦੀ ਹੈ ਔਰ ਪਾਰਟ ਟਾਈਮ ਜੌਬ ਬਹੁਤ ਸਾਰੇ ਇੰਸਟੀਚਿਊਟ 'ਚ ਅਲਾਉਡ ਨਹੀਂ ਹੁੰਦੀ। ਤੁਸੀਂ ਇਹ ਸਮਝ ਲਓ ਕਿ ਅਗਰ ਤੁਸੀਂ 1 ਸਾਲ ਇੱਦਾਂ ਬਿਤਾ ਲਿਆ, ਉੱਥੇ ਕੱਢ ਦਿੱਤਾ, ਤਾਂ ਉਸ ਤੋਂ ਬਾਅਦ ਤੁਹਾਡਾ ਜਿਹੜਾ ਅਗਲੀ ਜੌਬ ਜਿਹੜੀ ਹੈਗੀ ਆ ਤੁਹਾਨੂੰ ਤੁਹਾਡੀ ਡੈਸਟੀਨੇਸ਼ਨ ਦੀ ਕੰਟਰੀ 'ਚ ਜਾ ਕੇ ਮਿਲ ਸਕਦੀ ਹੈ। ਤੁਸੀਂ ਕੈਨੇਡਾ ਜਾ ਕੇ ਕੰਮ ਕਰ ਸਕਦੇ ਹੋ, ਜਾਂ ਤੁਸੀਂ ਬਹੁਤ ਸਾਰੇ ਸਟੂਡੈਂਟ ਇੱਦਾਂ ਸੋਚਦੇ ਨੇ ਕਿ ਚਲੋ ਜੀ ਅਸੀਂ ਅਗਰ ਵਾਪਸ ਆ ਗਏ ਤਾਂ ਵਾਪਸ ਆਉਣ ਦੇ ਵੀ ਬਹੁਤ ਬੈਨੀਫਿਟ ਨੇ। ਮੈਂ ਦੱਸਣਾ ਚਾਹਾਂਗਾ ਕਿ ਅਗਰ ਤੁਸੀਂ ਕਿਸੇ ਵੀ ਹਸਪੀਟੈਲਿਟੀ ਮੈਨੇਜਮੈਂਟ ਦਾ ਪ੍ਰੋਗਰਾਮ ਕੀਤਾ ਹੈ ਔਰ ਤੁਸੀਂ ਹਸਪੀਟੈਲਿਟੀ ਮੈਨੇਜਮੈਂਟ ਤੋਂ ਵਾਪਸ ਆ ਗਏ, ਤੁਸੀਂ ਕੋਈ ਦਿੱਕਤ ਨਹੀਂ ਹੈ, ਤੁਸੀਂ ਆਪਣਾ ਇੱਥੇ 2 ਸਾਲ ਦਾ ਐਕਸਪੀਰੀਅੰਸ ਦਿਖਾਓ ਔਰ ਉਸ ਹਸਪੀਟੈਲਿਟੀ ਇੰਡਸਟਰੀ ਦੀ ਜਿਹੜੀ ਤੁਹਾਡੇ ਕੋਲ ਸਟੱਡੀ ਹੈਗੀ ਹੈ ਸਿੰਗਾਪੁਰ ਦੀ, ਉਹਨੂੰ ਬਹੁਤ ਵੈਲਿਡ ਮੰਨਿਆ ਜਾਂਦਾ ਹੈ। ਤੁਸੀਂ, ਮੈਂ ਬਹੁਤ ਸਾਰੇ ਇਹੋ ਜਿਹੇ ਲੋਕਾਂ ਨੂੰ ਜਾਣਦਾ ਜਿਨ੍ਹਾਂ ਨੇ ਸਿੰਗਾਪੁਰ ਸਟੱਡੀ ਕੰਪਲੀਟ ਕਰਨ ਤੋਂ ਬਾਅਦ ਡਾਇਰੈਕਟਲੀ ਕੈਨੇਡਾ 'ਚ ਆਪਣਾ ਵਰਕ ਪਰਮਿਟ ਅਪਲਾਈ ਕੀਤਾ ਔਰ ਉਹਨਾਂ ਨੂੰ ਵਰਕ ਪਰਮਿਟ ਮਿਲਿਆ ਕਿਉਂਕਿ ਦੇਖੋ ਉਹਨਾਂ ਦਾ ਐਕਸਪੋਜ਼ਰ ਬਹੁਤ ਵਧੀਆ ਸੀ ਕਿ ਉਹਨਾਂ ਨੇ 1 ਸਾਲ ਉੱਥੇ ਸਟੱਡੀ ਕੀਤੀ, ਉਸ ਤੋਂ ਬਾਅਦ ਉੱਥੇ 1 ਸਾਲ ਦਾ ਕਿਸੇ ਵੀ ਹੋਟਲ ਦੇ ਵਿੱਚ ਇੰਟਰਨਸ਼ਿਪ ਕਰ ਲਈ, 6 ਮਹੀਨੇ ਦੀ ਇੰਟਰਨਸ਼ਿਪ ਕਰ ਲਈ, ਜਾਂ ਫਿਰ ਉੱਥੇ S ਪਾਸ ਮਿਲ ਗਿਆ, E ਪਾਸ ਮਿਲ ਗਿਆ ਔਰ ਉਸ ਤੋਂ ਬਾਅਦ ਉਹਨਾਂ ਦਾ ਜਿਹੜਾ ਹੈ ਇੱਕ ਅੱਛਾ ਜਿਹੜਾ ਹੈ ਮੈਂ ਕਹਾਂਗਾ ਬੈਕਗ੍ਰਾਉਂਡ ਬਣ ਗਿਆ ਕਿ ਉਹ ਕਿਸੇ ਅੱਛੀ ਕੰਟਰੀ ਦੇ ਵਿੱਚ ਜਿਹੜਾ ਹੈਗਾ ਉੱਥੇ ਜਾ ਕੇ ਵਰਕ ਪਰਮਿਟ ਲੈ ਸਕਣ। ਤਾਂ ਬੇਸਿਕ ਮੈਂ ਕਹਾਂਗਾ ਰਿਕੁਆਇਰਮੈਂਟ ਇੱਦਾਂ ਹੀ ਤੁਸੀਂ ਅਗਰ ਫੁੱਲਫਿਲ ਕਰਦੇ ਹੋ, ਤੁਸੀਂ ਦੁਬਈ ਤੋਂ ਪੜ੍ਹੇ ਹੋਏ ਹੋ, ਤੁਸੀਂ ਸਿੰਗਾਪੁਰ ਤੋਂ ਪੜ੍ਹੇ ਹੋ, ਤੁਸੀਂ ਕਿਸੇ ਮੈਂ ਕਹਾਂਗਾ ਯੂਰਪ ਦੀ ਕੰਟਰੀ ਤੋਂ ਪੜ੍ਹੇ ਹੋ ਔਰ ਉਸ ਤੋਂ ਬਾਅਦ ਤੁਸੀਂ ਉੱਥੇ ਕੋਈ 1.5 ਸਾਲ ਦਾ ਕੰਮ ਕੀਤਾ, ਤਾਂ ਤੁਹਾਨੂੰ ਜਿਹੜੀ PR ਹੈਗੀ ਆ, ਡਾਇਰੈਕਟ PR ਵੀ ਅਪਲਾਈ ਕਰ ਸਕਦੇ ਹੋ, ਡਾਇਰੈਕਟ ਵਰਕ ਪਰਮਿਟ ਵੀ ਕੈਨੇਡਾ 'ਚ ਅਪਲਾਈ ਕਰ ਸਕਦੇ ਹੋ, ਆਸਟ੍ਰੇਲੀਆ 'ਚ ਕਰ ਸਕਦੇ ਹੋ, ਹੋਰ ਵੀ ਕਈ ਕੰਟਰੀ 'ਚ ਕਰ ਸਕਦੇ ਹੋ। ਉਹਦੇ ਨਾਲ ਕੀ ਤੁਹਾਨੂੰ ਬੈਨੀਫਿਟ ਹੋਏਗਾ ਕਿ ਉਹ ਤੁਹਾਡੀ ਸਟੱਡੀ ਔਰ ਤੁਹਾਡੇ ਕੰਮ ਤੇ ਡਾਊਟ ਨਹੀਂ ਕਰਦੇ ਕਦੇ, ਕਿਉਂਕਿ ਅਸੀਂ ਅਗਰ ਇੰਡੀਆ ਤੋਂ ਅਪਲਾਈ ਕਰਦੇ ਹਾਂ ਤਾਂ ਸਾਨੂੰ ਬਹੁਤ ਕੁਐਸਚਨਸ ਹੁੰਦੇ ਨੇ, ਹੋ ਸਕਦਾ ਇਹਨੇ ਫੇਕ ਬਣਵਾ ਲਿਆ ਹੋਵੇ ਜਾਂ ਹੋ ਸਕਦਾ ਇਹਨੇ ਪੈਸੇ ਦੇ ਕੇ ਕਰ ਲਿਆ ਹੋਵੇ, ਤਾਂ ਇਸ ਕਰਕੇ ਇਹ ਕੁਐਸਚਨਸ ਉੱਥੇ ਖਤਮ ਹੋ ਜਾਂਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਕੰਟਰੀਜ਼ ਜਿਹੜੀਆਂ ਨੇ ਉਹ ਇਦਾਂ ਦੇ ਸਟੂਡੈਂਟਸ ਲਈ ਜਾਂ ਇਦਾਂ ਦੀਆਂ ਚੀਜ਼ਾਂ ਦੇ ਵਿੱਚ ਇਨਵੋਲਵਮੈਂਟ ਨਹੀਂ ਹੈਗੀ ਇਹਨਾਂ ਦੀ। ਇਸ ਵਜ੍ਹਾ ਕਰਕੇ ਉਹ ਡਾਇਰੈਕਟਲੀ ਹੀ ਜਿਹੜੀ ਇਮੀਗ੍ਰੇਸ਼ਨ ਉਹਨਾਂ ਨੂੰ ਵੀਜ਼ਾ ਦੇ ਦਿੰਦੀ ਆ, ਉਹਨਾਂ ਦੀ ਟਰਸਟ ਕਰਦੀ ਹੈ ਔਰ ਉਹਨਾਂ ਦਾ ਵਰਕ ਪਰਮਿਟ ਹੋਵੇ ਜਾਂ ਉਹਨਾਂ ਦਾ ਸਟੂਡੈਂਟ ਵੀਜ਼ਾ ਹੋਵੇ, ਉਹਨੂੰ ਜ਼ਿਆਦਾ ਜਲਦੀ ਜਿਹੜਾ ਹੈ ਮੈਂ ਕਹਾਂਗਾ ਉੱਥੋਂ ਮਿਲ ਜਾਂਦਾ ਜੀ। ਇੱਥੇ ਮੈਂ ਇੱਕ ਚੀਜ਼ ਜ਼ਰੂਰ ਜਾਣਨਾ ਚਾਹੂੰਗੀ, ਜਿਵੇਂ ਆਪਾਂ ਗੱਲ ਕੀਤੀ ਉਹਨੇ ਤੁਸੀਂ ਕਿਹਾ ਕਿ ਦੁਬਈ ਵਿੱਚ ਵੀ ਚਾਹੇ ਐਡਮਿਸ਼ਨ ਲੈ ਰਹੇ ਚਾਹੇ ਸਿੰਗਾਪੁਰ ਵੀ ਸਟੂਡੈਂਟ, ਪਹਿਲਾ ਸਾਲ ਜੋ ਹੈ ਪੜ੍ਹਾਈ ਕਰਨੀ ਔਰ ਕਲੀਅਰ ਕਰਨਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ।
ਪੜ੍ਹਾਈ ਤੇ ਫੋਕਸ ਕਰਨਾ ਬਹੁਤ ਜ਼ਰੂਰੀ ਹੈ। ਹਾਂਜੀ। ਤਾਂ ਮੈਂ ਇੱਥੇ ਜਾਣਨਾ ਚਾਹੂੰਗੀ ਕਿ ਅਗਰ ਆਪਾਂ ਐਡਮਿਸ਼ਨ ਦੀ ਪਹਿਲਾਂ ਗੱਲ ਕਰੀਏ ਤਾਂ ਐਲੀਜੀਬਿਲਿਟੀ ਹਾਲਾਂਕਿ ਆਪਾਂ ਦੇਖਿਆ ਕਿ ਬਹੁਤ ਹੀ ਈਜ਼ੀ ਆਪਸ਼ਨਸ ਨੇ, ਗੈਪ ਦੀ ਕੋਈ ਗੱਲ ਨਹੀਂ, ਆਇਲਸ ਨਹੀਂ ਕੀਤਾ ਕੋਈ ਚੱਕਰ ਨਹੀਂ, ਪਰਸੈਂਟੇਜ ਵੀ ਘੱਟ ਹੈ ਕੋਈ ਨਹੀਂ, ਪਰ ਇਸ ਤੋਂ ਇਲਾਵਾ ਹੋਰ ਕਿਹੜੀ ਚੀਜ਼ਾਂ ਦੇ ਵੱਲ ਧਿਆਨ ਰੱਖ ਕੇ ਉਹਨਾਂ ਨੂੰ ਆਪਣੀ ਫਾਈਲ ਪ੍ਰੋਸੈਸ ਕਰਵਾਉਣੀ ਚਾਹੀਦੀ, ਕਿਉਂਕਿ ਕੁਝ ਨਾ ਕੁਝ ਐਲੀਜੀਬਿਲਿਟੀ ਦਾ ਤਾਂ ਉਹਨਾਂ ਦਾ ਹੁੰਦਾ ਹੋਏਗਾ ਨਾ। ਤਾਂ ਉਹ ਵੀ ਥੋੜਾ ਆਪਾਂ ਡਿਟੇਲ ਸਾਂਝੀ ਕਰੀਏ ਕਿ ਸਟਾਰਟ ਕਰ ਰਹੇ ਨੇ ਅਗਰ ਸਟੂਡੈਂਟ ਆਪਣਾ ਪ੍ਰੋਸੈਸ, ਕਿਸ ਤਰ੍ਹਾਂ ਦੇ ਡਾਕੂਮੈਂਟਸ ਉਹਨਾਂ ਦੇ ਰੈਡੀ ਹੋਣੇ ਚਾਹੀਦੇ ਨੇ, ਜਾਂ ਕਿਹੜੀ ਚੀਜ਼ਾਂ ਨੂੰ ਫੁੱਲਫਿਲ ਕਰਨਾ ਲਾਜ਼ਮੀ ਹੈ। देखो अगर तुसी सिंगापुर पढ़न जाना चाहते हो तो सिंगापुर की डॉक्यूमेंटेशन की चाहिए जी। सिंगापुर ਦੇ ਵਿੱਚ ਕੀ ਹੈ, ਤੁਹਾਨੂੰ ਬੇਸਿਕਲੀ 10 ਕੁ ਲੱਖ ਦੇ ਫੰਡ ਚਾਹੀਦੇ ਹੁੰਦੇ ਨੇ ਕਿ ਤੁਸੀਂ 10 ਕੁ ਲੱਖ ਦੇ ਫੰਡ ਦੇ ਦਿਓ, ਔਰ ਨਾਲ ਤੁਹਾਡਾ ਸਪਾਂਸਰ ਦਾ ਐਫੀਡੇਵਿਟ ਚਾਹੀਦਾ। ਇਟ ਮੀਨਸ ਕਿ ਅਗਰ ਫੰਡ ਤੁਹਾਡੇ ਫਾਦਰ ਮਦਰ ਦੇ ਅਕਾਊਂਟ 'ਚ ਹੈਗੇ ਨੇ ਤਾਂ ਤੁਹਾਨੂੰ ਜਿਹੜਾ ਇੱਕ ਐਫੀਡੇਵਿਟ ਦੇਣਾ ਪਏਗਾ ਜੀ ਕਿ ਉਹਨਾਂ ਵੱਲੋਂ ਤੁਹਾਨੂੰ ਸਪਾਂਸਰ ਕੀਤਾ ਜਾ ਰਿਹਾ। ਇਸ ਤੋਂ ਇਲਾਵਾ ਕੀ ਹੈਗਾ ਕਿ ਤੁਹਾਡੇ ਪੇਰੈਂਟਸ ਵੱਲੋਂ ਜਿਹੜਾ ਹੈ ਤੁਹਾਡੇ ਅਕਾਊਂਟ ਦੀ ਸਟੇਟਮੈਂਟ ਚਾਹੀਦੀ ਹੈਗੀ ਆ, ਜਿਹੜੇ ਅਕਾਊਂਟ 'ਚ ਪੈਸਾ ਪਿਆ ਹੈ ਉਹਦੀ 6 ਮਹੀਨੇ ਦੀ ਸਟੇਟਮੈਂਟ ਔਰ ਪਲੱਸ ਬੈਲੈਂਸ ਸਰਟੀਫਿਕੇਟ ਚਾਹੀਦਾ ਹੈਗਾ। ਇਹੀ ਡਾਕੂਮੈਂਟ ਰਿਕੁਆਇਰਡ ਹੈਗੇ ਨੇ 10th +2। ਅਗਰ ਤੁਹਾਡਾ ਨਾਮ ਚੇਂਜ ਹੋਇਆ ਹੈ, ਕੋਈ ਨਾਮ 'ਚ ਫਰਕ ਹੈਗਾ ਹੈ ਸਟੂਡੈਂਟ ਦੇ ਡਾਕੂਮੈਂਟ ਦੇ ਵਿੱਚ ਔਰ ਉਹਦੇ ਪਾਸਪੋਰਟ ਦੇ ਵਿੱਚ, ਤਾਂ ਫਿਰ ਤੁਹਾਨੂੰ ਐਫੀਡੇਵਿਟ ਇੱਕ ਅਲੱਗ ਤੋਂ ਲੱਗਦਾ। ਇਹੀ ਡਾਕੂਮੈਂਟ ਦੇ ਨਾਲ ਤੁਹਾਨੂੰ ਬਹੁਤ ਹੀ ਆਸਾਨ ਹੈ, ਸਿਰਫ 4-5 ਡਾਕੂਮੈਂਟ ਮੈਂ ਕਹਾਂਗਾ ਹੈਗੇ ਨੇ ਜਿਨ੍ਹਾਂ ਨਾਲ ਤੁਸੀਂ ਅਪਲਾਈ ਕਰ ਸਕਦੇ ਹੋ। ਬੇਸ਼ੱਕ ਤੁਸੀਂ ਦੁਬਈ ਅਪਲਾਈ ਕਰ ਰਹੇ ਹੋ, ਬੇਸ਼ੱਕ ਤੁਸੀਂ ਸਿੰਗਾਪੁਰ ਅਪਲਾਈ ਕਰ ਰਹੇ ਹੋ, 100% ਵੀਜ਼ਾ ਆ ਰਹੇ ਨੇ, ਕੋਈ ਪ੍ਰੋਬਲਮ ਨਹੀਂ ਹੈ। ਅੱਜ ਦੀ ਡੇਟ ਦੇ ਵਿੱਚ ਜਿਹੜਾ ਹੈ ਸਿੰਗਾਪੁਰ ਫਟਾਫਟ ਵੀਜ਼ਾ ਦੇ ਰਿਹਾ ਹੈ। ਅਗਰ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੀ ਟੀਮ ਨੂੰ ਕਾਲ ਕਰ ਸਕਦੇ ਹੋ ਤਾਂ ਕਿ ਤੁਹਾਨੂੰ ਅਸੀਂ ਪ੍ਰੋਪਰ ਜਾਣਕਾਰੀ ਦੇ ਪਈਏ। ਜਿਹੜਾ ਵੀ ਤੁਹਾਡਾ ਕੋਰਸ ਹੈਗਾ, ਬੇਸ਼ੱਕ ਤੁਸੀਂ ਹਸਪਿਟੈਲਿਟੀ ਦੇਖੋ, ਹਸਪਿਟੈਲਿਟੀ ਬਹੁਤ ਫੇਮਸ ਹੈ ਉੱਥੇ ਬਿਕੋਜ਼ ਆਫ ਕਿ ਉਹ ਇੱਕ ਟੂਰਿਸਟ ਡੈਸਟੀਨੇਸ਼ਨ ਹੈ। ਉੱਥੇ ਬਹੁਤ ਵੱਡੇ ਜਿਹੜੇ ਨੇ ਹੋਟਲਸ ਨੇ, ਰੈਸਟੋਰੈਂਟਸ ਨੇ, ਔਰ ਇਸ ਤੋਂ ਇਲਾਵਾ ਜਿਹੜਾ ਹੈ ਦੁਨੀਆ ਦਾ ਇੱਕ ਬਹੁਤ ਵੱਡਾ ਮੈਂ ਕਹਾਂਗਾ ਕਿ ਗੈਮਲਿੰਗ ਸਟੇਸ਼ਨ ਹੈਗਾ ਜਿੱਥੇ ਪ੍ਰੋਪਰ ਜਿਹੜਾ ਹੈ ਕਿ ਉੱਥੇ ਤੁਸੀਂ ਬਹੁਤ ਅਪਰਚੁਨਿਟੀਜ਼ ਮਿਲਦੀਆਂ ਨੇ ਉੱਥੇ ਸਟੂਡੈਂਟਸ ਨੂੰ, ਉੱਥੇ ਕੰਮ ਮਿਲ ਜਾਂਦਾ ਹੈ ਬਹੁਤ ਜ਼ਿਆਦਾ, ਔਰ ਬਹੁਤ ਸੋਹਣਾ ਸਿਟੀ ਹੈਗਾ, ਬਹੁਤ ਕਲੀਨ ਹੈ ਕਹਾਂਗਾ ਕਿ ਇੱਕ ਜਗ੍ਹਾ ਹੈਗੀ ਆ ਜਿੱਥੇ ਤੁਸੀਂ ਜਾ ਕੇ ਰਹਿਣਾ ਵੀ ਤੁਹਾਡੇ ਲਈ ਈਜ਼ੀ ਹੈਗਾ ਕਿਉਂਕਿ ਆਰਾਮ ਨਾਲ ਉੱਥੇ ਮਿਲ ਜਾਂਦਾ ਹੈ। $250-300 ਦੇ ਵਿੱਚ ਤੁਹਾਨੂੰ ਜਿਹੜਾ ਬੈੱਡ ਮਿਲ ਜਾਂਦਾ ਹੈ 1 ਮੰਥ ਦੇ ਲਈ। 1 ਮੰਥ ਇੱਕ ਮਹੀਨੇ ਦਾ ਜਿਹੜਾ ਹੈਗਾ ਹੈ ਉਹ $250-300 ਦੇ ਵਿੱਚ ਹੋ ਜਾਂਦਾ। ਔਰ ਖਾਣਾ ਪੀਣਾ ਜਿਹੜਾ ਹੈਗਾ ਅਗਰ ਤੁਸੀਂ ਹੋਟਲਸ ਕੰਮ ਕਰਦੇ ਹੋ ਤੁਹਾਨੂੰ ਉੱਥੇ ਹੀ ਜਿਹੜਾ ਖਾਣਾ ਪੀਣਾ ਮਿਲ ਜਾਂਦਾ। ਤਾਂ ਇਸ ਕਰਕੇ ਬਹੁਤ ਈਜ਼ੀ ਹੈਗਾ ਉੱਥੇ ਸਰਵਾਈਵ ਕਰਨਾ, ਬਹੁਤ ਈਜ਼ੀ ਹੈਗਾ ਉੱਥੇ ਪੜ੍ਹਨਾ, ਔਰ ਤੁਸੀਂ ਜਿਹੜਾ ਆਪਣੀ ਲਾਈਫ ਨੂੰ ਇੰਜੋਏ ਕਰਦੇ ਹੋ ਨਾਲ ਜਿਹੜਾ ਹੈ ਆਪਣਾ ਕਰੀਅਰ ਜਿਹੜਾ ਹੈ ਉਹ ਬਣਾ ਸਕਦੇ ਹੋ ਤਾਂ ਕਿ ਤੁਹਾਨੂੰ ਜਿਹੜਾ ਹੈ ਅੱਗੇ ਆਉਣ ਵਾਲਾ ਜਿਹੜਾ ਸਮਾਂ ਤੁਹਾਡਾ ਹੈ ਉਹ ਬੈਸਟ ਹੋਵੇ। ਜੀ ਬਿਲਕੁਲ। ਆਪਾਂ ਦੁਬਈ ਔਰ ਸਿੰਗਾਪੁਰ ਬਾਰੇ ਡਿਟੇਲ 'ਚ ਗੱਲ ਕਰ ਚੁੱਕੇ ਹਾਂ ਤੇ ਮੈਨੂੰ ਪੂਰੀ ਉਮੀਦ ਹੈ ਜਿੰਨੇ ਵੀ ਦਰਸ਼ਕ ਸਾਡੇ ਸ਼ੋਅ ਵੇਖ ਰਹੇ ਨੇ, ਸਟੂਡੈਂਟਸ ਖਾਸ ਤੌਰ 'ਤੇ ਜਾਂ ਜਿਨ੍ਹਾਂ ਦਾ ਵਿਦੇਸ਼ ਜਾਣ ਦੇ ਸੁਪਨੇ ਵਿੱਚ ਕੋਈ ਨਾ ਕੋਈ ਰੁਕਾਵਟ ਪਈ ਹੋਈ ਹੈ, ਚਾਹੇ ਆਇਲਸ ਕਰਕੇ ਚਾਹੇ ਗੈਪ ਕਰਕੇ, ਸੋ ਤੁਸੀਂ ਇਸ ਆਪਸ਼ਨ ਬਾਰੇ ਬਹੁਤ ਵਧੀਆ ਢੰਗ ਨਾਲ ਸੋਚ ਸਕਦੇ ਹੋ। ਕੋਈ ਸਵਾਲ ਹੋਵੇ ਲਗਾਤਾਰ ਜੋ ਹੈ ਨੰਬਰ ਡਿਸਪਲੇ ਹੋ ਰਿਹਾ ਸਕਰੀਨ ਦੇ ਉੱਪਰ, ਇਸ ਉੱਪਰ ਤੁਸੀਂ ਕਾਲ ਕਰਕੇ ਈਜ਼ੀ ਵੇ ਕੰਸਲਟੈਂਸੀ ਦੀ ਟੀਮ ਦੇ ਨਾਲ ਆਪਣਾ ਰਾਬਤਾ ਕਾਇਮ ਕਰਕੇ ਸਹੀ ਸਮੇਂ ਤੇ ਸਹੀ ਸਲਾਹ ਲੈ ਕੇ ਜੈਨੂਇਨ ਵੇ ਦੇ ਨਾਲ ਬਾਹਰ ਸਟੱਡੀ ਵੀਜ਼ਾ ਤੇ ਜਾ ਸਕਦੇ ਹੋ। ਸਰ ਆਪਾਂ ਦੁਬਈ ਸਿੰਗਾਪੁਰ ਦੀ ਗੱਲ ਕਰ ਲਈ, ਯੂਰਪ ਬਾਰੇ ਵੀ ਜ਼ਰੂਰ ਜਾਣਨਾ ਚਾਹਾਂਗੇ ਕਿਉਂਕਿ ਅਕਸਰ ਸਾਡੇ ਕੋਲ ਕੁਐਰੀਜ਼ ਯੂਰਪ ਲਈ ਵੀ ਸਟੂਡੈਂਟਸ ਦੀ ਆਉਂਦੀ ਹੈ ਤੇ ਕਿਹੜੇ ਸਟੂਡੈਂਟਸ ਯੂਰਪ ਲਈ ਵੀ ਅਪਲਾਈ ਕਰ ਸਕਦੇ ਨੇ ਔਰ ਕਿਸ ਤਰ੍ਹਾਂ ਦਾ ਸਕੋਪ ਆਪਾਂ ਮੰਨ ਸਕਦੇ ਹਾਂ ਅੱਗੋਂ ਫਿਊਚਰ ਵਿੱਚ ਉਹਨਾਂ ਨੂੰ ਕਿਸ ਤਰ੍ਹਾਂ ਦੀ ਅੱਛੀ ਆਪਸ਼ਨਸ ਮਿਲਦੀ ਹੈ ਯੂਰਪ ਵਿੱਚ ਜਾਣ ਨਾਲ। ਬਿਲਕੁਲ ਜੀ, ਦੇਖੋ ਯੂਰਪ ਜਿਹੜਾ ਹੈਗਾ ਹੈ ਇੱਕ ਬਹੁਤ ਮੈਂ ਕਹਾਂਗਾ ਕਿ ਬਹੁਤ ਕੰਟਰੀਜ਼ ਦਾ ਇੱਕ ਯੂਰਪ ਜਿਹੜਾ ਹੈ ਉਹ ਇੱਕ ਇਕੱਠਾ ਹੈਗਾ ਹੈ ਵਿਲਸੇ ਕਿ ਉੱਥੇ ਬਹੁਤ ਸਾਰੀਆਂ ਕੰਟਰੀਜ਼ ਹੈਗੀਆਂ ਨੇ ਜਿਨ੍ਹਾਂ ਦਾ ਕੰਬੀਨੇਸ਼ਨ ਦੇ ਨਾਲ ਇੱਕ ਯੂਰਪ ਬਣਦਾ। ਉਹਦੇ 'ਚ ਮੈਂ ਕਹਾਂਗਾ ਜਰਮਨੀ ਹੈ, ਫਰਾਂਸ ਹੈ, ਨੀਦਰਲੈਂਡ ਹੈ, ਨਾਰਵੇ ਹੈ, ਉਸ ਤੋਂ ਇਲਾਵਾ ਬੱਚੇ ਜਿੱਥੇ ਪੋਰਚੁਗਲ ਜਾਣਾ ਚਾਹੁੰਦੇ ਨੇ, ਕਈ ਹੋਰ ਕੰਟਰੀਜ਼ ਨੇ ਜਿੱਥੇ ਜਿਹੜਾ ਸਟੂਡੈਂਟ ਪੜ੍ਹਨ ਜਾਣਾ ਚਾਹੁੰਦਾ ਕਿਉਂਕਿ ਇਹਦਾ ਬੈਨੀਫਿਟ ਇਹ ਹੈਗਾ ਹੈ ਕਿ ਇਹ ਜਿਹੜੀਆਂ ਯੂਨਿਟੀ ਹੈਗੀ ਆ ਕੰਟਰੀਜ਼ ਦੀ, ਤੁਸੀਂ ਅਗਰ ਇੱਕ ਕੰਟਰੀ ਤੋਂ ਪੜ੍ਹੇ ਹੋ ਤਾਂ ਤੁਸੀਂ ਦੂਜੀ ਕੰਟਰੀ 'ਚੋਂ ਦਾ ਵਰਕ ਪਰਮਿਟ ਲੈ ਸਕਦੇ ਹੋ। ਇਟ ਮੀਨਸ ਕਿ ਅਗਰ ਤੁਹਾਨੂੰ ਕਿਸੇ ਵੀ ਸ਼ੈਂਗਨ ਕੰਟਰੀ ਦੇ ਵਿੱਚ ਵਰਕ ਪਰਮਿਟ ਮਿਲ ਗਿਆ ਤਾਂ ਤੁਸੀਂ ਇਹ ਨਹੀਂ ਹੋ ਕਿ ਅਗਰ ਪੋਲੈਂਡ 'ਚ ਪੜ੍ਹੇ ਹੋ ਤਾਂ ਪੋਲੈਂਡ 'ਚ ਵਰਕ ਪਰਮਿਟ ਮਿਲ ਗਿਆ ਤਾਂ ਤੁਸੀਂ ਉਹਨੂੰ ਜਰਮਨੀ 'ਚ ਜਾ ਕੇ ਕੰਮ ਕਰ ਸਕਦੇ ਹੋ, ਤੁਸੀਂ ਫਰਾਂਸ 'ਚ ਜਾ ਕੇ ਕੰਮ ਕਰ ਸਕਦੇ ਹੋ, ਤੁਸੀਂ ਕਿਸੇ ਹੋਰ ਕੰਟਰੀ 'ਚ ਜਾ ਕੇ ਕੰਮ ਕਰ ਸਕਦੇ ਹੋ। ਤਾਂ ਇਸ ਕਰਕੇ ਤੁਹਾਡੇ ਕੋਲ ਬਹੁਤ ਵੱਡੀ ਅਪਰਚੁਨਿਟੀ ਮਿਲ ਜਾਂਦੀ ਹੈ ਜਦੋਂ ਤੁਸੀਂ ਯੂਰਪ ਪੜ੍ਹਨ ਜਾਂਦੇ ਹੋ। ਅਗਰ ਤੁਹਾਡਾ 3-4 ਸਾਲ ਦਾ ਗੈਪ ਹੈਗਾ, ਤੁਹਾਡੇ 5.5 ਬੈਂਡ ਹੈਗੇ ਨੇ ਜਾਂ ਵਿਦਆਊਟ ਆਇਲਸ ਹੈਗੇ ਹੋ ਪਰ ਇੰਗਲਿਸ਼ ਬੋਲਣੀ ਆਉਂਦੀ ਹੈ ਤਾਂ ਤੁਸੀਂ ਜਿਹੜਾ ਹੈ ਪ੍ਰੋਪਰ ਜਿਹੜਾ ਯੂਰਪ ਵਿੱਚ ਕਿਸੇ ਵੀ ਕੰਟਰੀ 'ਚ ਸਟੱਡੀ ਕਰਨ ਜਾ ਸਕਦੇ ਹੋ। ਬਟ ਇੰਗਲਿਸ਼ ਬੋਲਣੀ ਆਉਣੀ ਜ਼ਰੂਰੀ ਹੈ ਕਿਉਂਕਿ ਬਹੁਤ ਸਾਰੀਆਂ ਸ਼ੈਂਗਨ ਕੰਟਰੀ ਦੇ ਜਿਹੜਾ ਹੈ ਤੁਹਾਨੂੰ ਜਿਹੜਾ ਵੀਜ਼ਾ ਹੈ ਉਹ ਉਹਦੇ ਤੇ ਮਿਲਦਾ ਹੈ ਕਿ ਤੁਹਾਨੂੰ ਪਹਿਲਾਂ ਇੰਟਰਵਿਊ ਦੇਣਾ ਪੈਂਦਾ। ਇੰਟਰਵਿਊ ਹੋਏਗਾ ਤਾਂ ਹੀ ਤੁਹਾਡਾ ਜਿਹੜਾ ਹੈ ਤੁਸੀਂ ਵੀਜ਼ਾ ਲੈ ਪਾਓਗੇ। ਇਸ ਕਰਕੇ ਸਟੂਡੈਂਟਸ ਦੇ ਲਈ ਇੰਗਲਿਸ਼ ਬੋਲਣਾ ਬਹੁਤ ਜ਼ਰੂਰੀ ਹੈਗਾ ਔਰ ਬਹੁਤ ਸਾਰੀਆਂ ਕੰਟਰੀਜ਼ ਦੇ ਵਿੱਚ ਜਿਹੜੀ ਫੀਸ ਆ ਬਹੁਤ ਹੀ ਘੱਟ ਹੈ। ਅਗਰ ਮੈਂ ਪੋਲੈਂਡ ਦੀ ਗੱਲ ਕਰਾਂ ਤਾਂ ਸਿਰਫ 2200 ਤੋਂ ਸਟਾਰਟ ਹੋ ਜਾਂਦਾ ਹੈ। ਲਾਤਵੀਆ ਦੀ ਗੱਲ ਕਰੀਏ ਤਾਂ 2200 ਤੋਂ ਸਟਾਰਟ ਹੋ ਜਾਂਦਾ ਹੈ। ਜਰਮਨੀ ਥੋੜਾ ਜਿਹਾ ਮਹਿੰਗਾ ਹੈ। ਜਰਮਨੀ ਦੇ ਵਿੱਚ ਤੁਹਾਨੂੰ ਜਿਹੜਾ ਹੈ ਬਲੌਕ ਅਕਾਊਂਟ ਤੁਹਾਡਾ ਓਪਨ ਹੁੰਦਾ ਹੈ ਔਰ ਪਲੱਸ ਤੁਹਾਡਾ $5-7 ਹਜ਼ਾਰ ਯੂਰੋ ਜਿਹੜਾ ਹੈਗਾ ਤੁਹਾਡਾ ਫੀਸ ਹੋਏਗੀ। ਇਸ ਤੋਂ ਇਲਾਵਾ ਫਰਾਂਸ ਜਾ ਸਕਦੇ ਹੋ
ਬਹੁਤ ਸਾਰੀਆਂ ਕੰਟਰੀਜ਼ ਹੈਗੀਆਂ ਨੇ। ਗ੍ਰੀਸ ਦਾ ਅਸੀਂ ਵੀਜ਼ਾ ਦੇ ਰਹੇ ਹਾਂ। ਗ੍ਰੀਸ ਦੇ ਵਿੱਚ ਜਿਹੜਾ ਹੈ ਵੀਜ਼ਾ ਦੀ ਸ਼ੋਰਟੀ ਬਹੁਤ ਜ਼ਿਆਦਾ ਹੈ। ਅਗਰ ਤੁਸੀਂ ਗ੍ਰੀਸ ਪੜ੍ਹਨਾ ਚਾਹੁੰਦੇ ਹੋ ਔਰ ਫੀਸ ਵੀ ਤੁਹਾਡੀ 3500 ਜਿਹੜੀ ਹੈ ਯੂਰੋ 6 ਮਹੀਨੇ ਦੀ ਹੈਗੀ, ਤੁਸੀਂ ਅਪਲਾਈ ਕਰ ਸਕਦੇ ਹੋ। ਇਸ ਤੋਂ ਇਲਾਵਾ ਵੀ ਬਹੁਤ ਸਾਰੀਆਂ ਕੰਟਰੀਜ਼ ਹੈਗੀਆਂ ਨੇ, ਜਿਵੇਂ ਹੰਗਰੀ ਹੈ। ਹੰਗਰੀ ਦੇ ਵਿੱਚ ਸਾਡੇ ਕੋਲ ਇੰਸਟੀਚਿਊਟਸ ਹੈਗੇ ਨੇ ਜਿੱਥੇ ਤੁਸੀਂ ਅਪਲਾਈ ਕਰ ਸਕਦੇ ਹੋ। ਤਾਂ ਜਿਹੜਾ ਵੀ ਸਟੂਡੈਂਟ ਯੂਰਪ ਵਿੱਚ ਪੜ੍ਹਨਾ ਚਾਹੁੰਦਾ ਹੈ ਔਰ ਜਲਦੀ ਵੀਜ਼ਾ ਲੈਣਾ ਚਾਹੁੰਦਾ ਹੈ, ਕਿਉਂਕਿ ਹੁਣ ਜਿਹੜਾ ਹੈ ਯੂਰਪ ਓਪਨ ਹੈ ਸਭ ਬੱਚਿਆਂ ਦੇ ਲਈ, ਔਰ ਯੂਰਪ ਦੇ ਵਿੱਚ ਤੁਹਾਨੂੰ ਜਿਹੜਾ ਹੈ ਨਾਲ ਕੰਮ ਵੀ ਮਿਲਦਾ ਹੈ। 2-3 ਦਿਨ ਤੁਹਾਨੂੰ ਜਿਹੜਾ ਹੈ ਸਿਰਫ ਸਟੱਡੀ ਕਰਨੀ ਪੈਂਦੀ ਆ, ਔਰ ਉਸ ਤੋਂ ਬਾਅਦ ਜਿਹੜਾ ਹੈ ਤੁਸੀਂ 20 ਘੰਟੇ ਕੰਮ ਅਲਾਉਡ ਹੈਗਾ। ਤੁਸੀਂ ਸੈਟਰਡੇ ਸੰਡੇ ਫੁੱਲ ਟਾਈਮ ਕੰਮ ਕਰ ਸਕਦੇ ਹੋ, ਔਰ ਉੱਥੇ ਜੌਬ ਜਿਹੜਾ ਹੈ ਉੱਥੇ ਵਧੀਆ ਤੁਹਾਨੂੰ ਜਿਹੜਾ ਹੈ ਓਪਰਚੁਨਿਟੀਜ਼ ਮਿਲਦੀਆਂ ਨੇ ਜੌਬ ਕਰਨ ਦੀਆਂ ਵੀ, ਕਿਉਂਕਿ ਮੈਂ ਦੇਖਿਆ, ਮੈਂ ਖੁਦ ਜਾ ਕੇ ਆਇਆ ਯੂਰਪ ਦੇ ਵਿੱਚ, ਬਹੁਤ ਸਾਰੀ ਕੰਟਰੀਜ਼ ਵਿੱਚ ਘੁੰਮਿਆ, ਤਾਂ ਉੱਥੇ ਮੈਂ ਦੇਖਿਆ ਕਿ ਸਾਰੇ ਬੱਚੇ ਜਿਹੜੇ ਹੈਗੇ ਨੇ ਕੋਈ ਨਾ ਕੋਈ ਕਿਸੇ ਨਾ ਕਿਸੇ ਜਗ੍ਹਾ ਤੇ ਵਧੀਆ ਕਮਾ ਰਿਹਾ ਹੈ। ਘੱਟੋ ਘੱਟ 70-80 ਹਜ਼ਾਰ ਦੇ ਕਰੀਬ ਆਸ-ਪਾਸ ਬੱਚੇ ਜਿਹੜੇ ਨੇ ਉਹ ਬਣਾ ਲੈਂਦੇ ਨੇ। ਜੀ 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 ਬਿਲਕੁਲ। ਸੋ ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਇਹਨਾਂ ਚੰਗੀਆਂ ਆਪਸ਼ਨਸ ਦਾ ਫਾਇਦਾ ਜ਼ਰੂਰ ਲਓਗੇ। ਸੋ ਇਹ ਗੱਲ ਇੱਥੇ ਆਂਦੀ ਕਿ ਸਿਰਫ ਉਹਨਾਂ ਸਟੂਡੈਂਟਸ ਨੂੰ ਨਹੀਂ ਕਿਹਾ ਜਾ ਰਿਹਾ ਜਿਨ੍ਹਾਂ ਦੀ ਪ੍ਰੋਫਾਈਲ ਵੀਕ ਹੈ, ਜਿਵੇਂ ਆਪਾਂ ਗੱਲ ਕੀਤੀ ਹੈ ਕਿ ਗੈਪ ਜ਼ਿਆਦਾ ਹੈ ਜਾਂ ਤੁਹਾਡੀ ਕੁਆਲੀਫਿਕੇਸ਼ਨ ਵਿੱਚ ਪਰਸੈਂਟੇਜ ਘੱਟ ਹੈ ਜਾਂ ਤੁਸੀਂ ਆਇਲਸ ਕਲੀਅਰ ਨਹੀਂ ਕਰ ਪਾ ਰਹੇ ਹੋ। ਇੱਕ ਅੱਛੀ ਪ੍ਰੋਫਾਈਲ ਦੇ ਲਈ ਵੀ ਅੱਛੀ ਆਪਸ਼ਨਸ ਨੇ। ਜੇਕਰ ਤੁਸੀਂ ਆਪਣਾ ਫਿਊਚਰ ਸੈੱਟ ਕਰਨਾ ਚਾਹੁੰਦੇ ਹੋ, ਅੱਛੀ ਇਨਕਮ ਚਾਹੁੰਦੇ ਹੋ, ਤਾਂ ਉਹਨਾਂ ਸਟੂਡੈਂਟਸ ਲਈ ਵੀ ਵੈਲਕਮ ਕਰਦੀਆਂ ਨੇ ਇਹ ਸਾਰੀ ਕੰਟਰੀ। ਸੋ ਇਸ ਸ਼ੋਅ ਦੇ ਜ਼ਰੀਏ ਅਸੀਂ ਵੀ ਇਹੀ ਉਮੀਦ ਕਰਦੇ ਹਾਂ ਕਿ ਅਸੀਂ ਸਹੀ ਜਾਣਕਾਰੀ ਜੋ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਾਂ। ਟਾਈਮਲੀ ਤੁਸੀਂ ਵੀ ਇਸ ਜਾਣਕਾਰੀ ਦਾ ਫਾਇਦਾ ਲੈ ਕੇ ਜੈਨੂਇਨ ਵੇ ਦੇ ਨਾਲ ਵਿਦੇਸ਼ ਜਾਇਆ ਕਰੋ। ਅਸੀਂ ਕਈ ਵਾਰੀ ਕਈ ਤਰ੍ਹਾਂ ਦੀ ਖਬਰਾਂ ਸੁਣਦੇ ਹਾਂ ਕਿ ਸਟੂਡੈਂਟਸ ਠੱਗੀ ਦਾ ਸ਼ਿਕਾਰ ਹੋ ਜਾਂਦੇ ਨੇ। ਉਸਦਾ ਕਾਰਨ ਇਹੀ ਹੁੰਦਾ ਹੈ ਕਿ ਸਟੂਡੈਂਟ ਦੀ ਪ੍ਰੋਫਾਈਲ ਵੀਕ ਹੁੰਦੀ ਹੈ, ਬਟ ਉਹ ਸਹੀ ਥਾਂ ਤੇ ਸਹੀ ਆਪਸ਼ਨ ਵੱਲ ਨਹੀਂ ਜਾ ਰਹੇ ਹੁੰਦੇ, ਜਿਸ ਕਰਕੇ ਬਾਰ-ਬਾਰ ਰਿਫਿਊਜ਼ਲ ਵੀ ਸਹਿਣੀ ਪੈਂਦੀ ਹੈ ਤੇ ਪੈਸਿਆਂ ਦਾ ਵੀ ਜੋ ਤੁਸੀਂ ਨੁਕਸਾਨ ਕਰ ਲੈਂਦੇ ਹੋ ਆਪਣਾ। ਸੋ ਇਹ ਜੋ ਆਪਸ਼ਨਸ ਅੱਜ ਆਪਾਂ ਡਿਸਕਸ ਕੀਤੀਆਂ ਨੇ ਬਹੁਤ ਹੀ ਅੱਛੀਆਂ ਨੇ ਆਪਸ਼ਨ, ਜਿਸ 'ਚ ਖਰਚਾ ਵੀ ਘੱਟ ਹੈ ਔਰ ਜੈਨੂਇਨ ਵੇ ਦੇ ਨਾਲ ਤੁਸੀਂ ਅਪਲਾਈ ਕਰਕੇ ਵਿਦੇਸ਼ ਜਾਣ ਦਾ ਸੁਪਨਾ ਸਾਕਾਰ ਕਰ ਸਕਦੇ ਹੋ। ਲਗਾਤਾਰ ਨੰਬਰ ਡਿਸਪਲੇ ਹੋ ਰਹੇ, ਇਸ ਉੱਪਰ ਕਾਲ ਕਰਕੇ ਹੋਰ ਜਾਣਕਾਰੀ ਜ਼ਰੂਰ ਤੁਸੀਂ ਲੈ ਸਕਦੇ ਹੋ। ਤੇ ਬਹੁਤ-ਬਹੁਤ ਧੰਨਵਾਦ ਸਰ ਤੁਹਾਡਾ ਕਿ ਤੁਸੀਂ ਸਾਡੇ ਸ਼ੋਅ ਵਿੱਚ ਆ ਕੇ ਅੱਜ ਇਹ ਖਾਸ ਆਪਸ਼ਨਸ ਬਾਰੇ ਸਟੂਡੈਂਟਸ ਨੂੰ ਸਾਰੀ ਜਾਣਕਾਰੀ ਦਿੱਤੀ ਹੈ। ਬਹੁਤ-ਬਹੁਤ ਧੰਨਵਾਦ ਤੁਹਾਡਾ। ਤੇ ਜਾਣ ਤੋਂ ਪਹਿਲਾਂ ਤੁਹਾਨੂੰ ਮਿਲਵਾਉਂਦੇ ਹਾਂ ਜਿਨ੍ਹਾਂ ਨੇ ਈਜ਼ੀ ਵੇ ਕੰਸਲਟੈਂਸੀ ਤੋਂ ਜੋ ਹੈ ਆਪਣੀ ਪੂਰੀ ਗਾਈਡੈਂਸ ਲਈ, ਤੇ ਇਹਨਾਂ ਦੇ ਗਾਈਡੈਂਸ ਦੇ ਨਾਲ ਹੀ ਅੱਗੇ ਉਹਨਾਂ ਨੇ ਅਪਲਾਈ ਕੀਤਾ। ਉਹਨਾਂ ਦਾ ਐਕਸਪੀਰੀਅੰਸ ਕਿਵੇਂ ਦਾ ਰਿਹਾ? ਮੇਰਾ ਨਾਮ ਸਰਜੀਤ ਸਿੰਘ, ਮੇਰੀ ਵਾਈਫ ਦਾ ਨਾਮ ਨਰਿੰਦਰ ਕੌਰ, ਮੇਰਾ ਪਿੰਡ ਬਦੋਖੀ ਕਲਾਂ, ਜ਼ਿਲ੍ਹਾ ਫਤਿਹਗੜ੍ਹ ਸਾਹਿਬ। ਅਸੀਂ ਧੰਨਵਾਦੀ ਹਾਂ ਈਜ਼ੀ ਵੇ ਕੰਪਨੀ ਦੇ, ਜਿਨ੍ਹਾਂ ਨੇ ਕਿ ਸਾਡਾ ਵੀਜ਼ਾ ਆਸਟ੍ਰੇਲੀਆ ਦਾ ਪਹਿਲਾਂ ਵੀ ਤੇ ਹੁਣ ਵੀ 2 ਵਾਰੀ ਇਹਨਾਂ ਨੇ ਲਗਾ ਕੇ ਦਿੱਤਾ। ਸਾਡੇ ਬੱਚਿਆਂ ਦਾ ਵੀ ਵੀਜ਼ਾ ਇਹਨਾਂ ਨੇ ਦਿੱਤਾ ਹੈ। ਸੋ ਮੈਂ ਕਿਰਪਾ ਕਰਦਾ ਜਿਹਨੇ ਵੀ ਵੀਜ਼ਾ ਲਵਾਉਣਾ ਇਹਨਾਂ ਨੂੰ ਆ ਕੇ ਮਿਲੋ ਜੀ। ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਸਾਡੇ ਵਿੱਚ ਜਿਹੜੇ ਨੇ ਸੁਰਿੰਦਰ ਸ਼ਿੰਦਾ ਜੀ ਸਾਡੇ ਆਫਿਸ ਆਏ ਨੇ ਤੇ ਅਸੀਂ ਬਹੁਤ ਉਹਨਾਂ ਦਾ ਨਿੱਘਾ ਸਵਾਗਤ ਕਰਦੇ ਹਾਂ, ਕਿਉਂਕਿ ਵੀਜ਼ਿਆਂ ਤੇ ਅਸੀਂ ਬਹੁਤ ਗੱਲਾਂ ਕਰਦੇ ਹਾਂ ਇੱਧਰ ਉੱਧਰ ਦੀਆਂ ਕਿ ਚਲੋ ਅੱਜ ਇੰਨੇ ਵੀਜ਼ਾ ਆ ਗਏ, ਕੱਲ ਇੰਨੇ ਵੀਜ਼ਾ ਆ ਗਏ, ਪਰ ਜਿਹੜੇ ਸਟੂਡੈਂਟ ਸਾਡੇ ਕੋਲ ਇੱਥੇ ਜਾਂਦੇ ਨੇ ਔਰ ਉੱਥੇ ਜਾ ਕੇ ਵਿਦੇਸ਼ਾਂ 'ਚ ਬੈਠੇ ਨੇ ਔਰ ਉਹ ਆਪਣੇ ਕਲਚਰ ਨੂੰ ਹਮੇਸ਼ਾ ਯਾਦ ਕਰਦੇ ਨੇ, ਤੇ ਸੁਰਿੰਦਰ ਸ਼ਿੰਦਾ ਜੀ ਦਾ ਨਾਮ ਉੱਥੇ ਬਹੁਤ ਵੱਡਾ ਹੈ, ਕਿਉਂਕਿ ਉਹਨਾਂ ਨੇ ਇੱਕ ਐਡਾ ਦਾ ਮੁਕਾਮ ਹਾਸਲ ਕੀਤਾ ਹੈ ਕਿ ਪੰਜਾਬੀ ਸੱਭਿਆਚਾਰ ਉਹਨਾਂ ਨੂੰ ਕਦੇ ਭੁੱਲ ਨਹੀਂ ਸਕਦਾ। ਤੇ ਅੱਜ ਅਸੀਂ ਜਿਹੜਾ ਆਪਣੇ ਆਪ ਨੂੰ ਬਹੁਤ ਹੀ ਸੁਭਾਗ ਵਾਲਾ ਸਮਝ ਰਹੇ ਹਾਂ ਕਿ ਸਾਡੇ ਕੋਲ ਸੁਰਿੰਦਰ ਸ਼ਿੰਦਾ ਜੀ ਸਾਡੇ ਆਫਿਸ ਆਏ ਨੇ ਔਰ ਸਾਨੂੰ ਆਸ਼ੀਰਵਾਦ ਦੇਣ ਆਏ ਨੇ ਕਿ ਅਸੀਂ ਜਿਹੜਾ ਹੋਰ ਚੰਗਾ ਕੰਮ ਕਰ ਸਕੀਏ ਔਰ ਸਟੂਡੈਂਟਸ ਨੂੰ ਵਧੀਆ ਤਰੀਕੇ ਨਾਲ ਜਿਹੜਾ ਹੈ ਅਸੀਂ ਬਾਹਰ ਭੇਜ ਸਕੀਏ ਤੇ ਉਹ ਆਪਣੇ ਜਿਹੜਾ ਹੈ ਮਿੱਟੀ ਨਾਲ ਜੁੜੇ ਰਹਿਣ। ਅੱਗੇ ਵੀ ਅਸੀਂ ਉਹਨਾਂ ਦਾ ਜ਼ਰੂਰ ਜਿਹੜਾ ਹੈ 2 ਲਫ਼ਜ਼ ਚਾਹਾਂਗੇ ਕਿ ਉਹ ਸਾਡੇ ਲਈ ਜ਼ਰੂਰ ਬੋਲਣ। ਸੋ ਬਹੁਤ ਅੱਛਾ ਲੱਗਿਆ ਜੀ ਈਜ਼ੀ ਵੇ 'ਚ ਆ ਕੇ, ਬੜਾ ਮੈਂ ਈਜ਼ੀ ਫੀਲ ਕਰ ਰਿਹਾ। ਸਾਡੇ ਛੋਟੇ ਵੀਰ ਗੁਰਤੇਜ ਸੰਧੂ ਭਾਈ, ਛੋਟਾ ਵੀਰ ਔਰ ਇੰਨਾ ਪਿਆਰਾ ਇਨਸਾਨ, ਜੋ ਕੁਛ ਇਹ ਕਰ ਰਹੇ ਨੇ ਉਹਦੀ ਫੀਡਬੈਕ ਜੋ ਮੈਨੂੰ ਮਿਲੀ ਹੈ। ਸੋ ਅੱਜ ਕੱਲ੍ਹ ਦੇ ਜੋ ਨੌਜਵਾਨ ਬੱਚੇ ਬਹੁਤ ਗੁੰਮਰਾਹ ਵੀ ਹੋ ਰਹੇ ਨੇ, ਏਜੰਟਸ ਕਈ ਉਹਨਾਂ ਨੂੰ ਖਰਾਬ ਕਰਦੇ ਨੇ, ਪਰ ਇਹ ਹਰ ਉਸ ਸਟੂਡੈਂਟ ਵਾਸਤੇ ਵੈਲਕਮ ਕਰਦੇ ਨੇ ਕਿ ਜਿਸ ਨੂੰ ਇਹਨਾਂ ਨੇ ਉਸ ਦੀ ਮੰਜ਼ਿਲ ਮਕਸੂਦ ਤੇ ਪਹੁੰਚਾਉਣਾ, ਔਰ ਉਹ ਪਹੁੰਚ ਜਾਂਦਾ। ਬਹੁਤ ਪਹੁੰਚੇ ਨੇ, ਅੱਗੇ ਨੂੰ ਵੀ ਪਹੁੰਚਣਗੇ। ਸੋ ਇਹਨਾਂ ਦਾ ਕੰਮ ਬੜਾ ਸਾਫ ਸੁਥਰਾ, ਕੋਈ ਲੋੜਵੰਦ ਹੈ ਉਹਦੀ ਹੈਲਪ ਵੀ ਕਰਦੇ ਨੇ, ਆਫਟਰ ਵੀਜ਼ਾ ਵੀ ਹੈਲਪ ਕਰਦੇ ਨੇ, ਬਿਫੋਰ ਵੀਜ਼ਾ ਵੀ ਉਹਨੂੰ ਅੱਛਾ ਅਟੈਂਡ ਕਰਦੇ ਨੇ। ਇੱਕੋ ਇੱਕ ਨਾਮ ਹੈ ਈਜ਼ੀ ਵੇ, ਜਨਾਬ ਗੁਰਤੇਜ ਸੰਧੂ ਸਾਹਿਬ। ਥੈਂਕ ਯੂ ਬਾਈ ਜੀ, ਬਹੁਤ ਬਹੁਤ ਵਧਾਈਆਂ। ਕਿ 2021 ਦੇ ਵਿੱਚ ਅਗਰ ਤੁਸੀਂ 12th ਪਾਸ ਕੀਤੀ ਹੈ, ਤੁਹਾਡੇ 70% ਜਾਂ 65% ਅਬਵ ਨੰਬਰ ਹੈਗੇ ਨੇ, ਤਾਂ ਤੁਹਾਡਾ ਵੀ ਵੀਜ਼ਾ ਆ ਸਕਦਾ ਹੈ। ਇਹ ਵੀਜ਼ਾ ਤੁਸੀਂ ਦੇਖੋ, ਇਹ ਵੀਜ਼ਾ ਹੈ ਬੱਚੇ ਦਾ ਵਿਦਆਊਟ ਆਇਲਸ ਹੈਗਾ ਜੀ, ਔਰ ਇਹ ਦੇਖੋ ਇਹ UK ਦਾ ਵੀਜ਼ਾ ਹੈ ਬੱਚੇ ਦਾ ਵਿਦਆਊਟ ਆਇਲਸ ਦਾ।
ਤਾਂ ਇਸ ਕਰਕੇ ਬੇਸ਼ੱਕ ਤੁਹਾਡਾ ਪੰਜਾਬ ਹਰਿਆਣਾ ਬੋਰਡ ਕੋਈ ਵੀ ਬੋਰਡ ਹੈਗਾ ਹੈ, ਤੁਸੀਂ ਯੂਕੇ ਜਾਣਾ ਚਾਹੁੰਦੇ ਹੋ ਵਿਦਆਊਟ ਆਇਲਸ, ਤੁਸੀਂ ਈਜ਼ੀਵੇ ਦੀ ਟੀਮ ਨੂੰ ਮਿਲ ਸਕਦੇ ਹੋ ਔਰ ਤੁਹਾਡਾ ਵੀਜ਼ਾ ਜਿਹੜਾ ਹੈ ਸ਼ੋਰਟੀ ਨਾਲ ਲੱਗੇਗਾ ਯੂਕੇ ਦੇ ਵਿੱਚ। ਤੇ ਇਸ ਦੇ ਨਾਲ ਹੀ ਹੁਣ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਇਜਾਜ਼ਤ। ਧੰਨਵਾਦ।